ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਬਾਜ ਸਿੰਘ ਬਰਾੜ ਤੇ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਹੈ। ਜੀ ਆਇਆਂ ਨੂੰ ਦੋਸਤੋ। ਇਸ ਪ੍ਰੋਗਰਾਮ ਦੇ ਵਿੱਚ ਕਿਸੇ ਖਾਸ ਸ਼ਖਸੀਅਤ ਨਾਲ ਅਸੀਂ ਮੁਲਾਕਾਤ ਕਰਦੇ ਹਾਂ। ਹਫ਼ਤੇ ਬਾਅਦ ਪ੍ਰਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਤੁਹਾਡੇ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਹੁੰਗਾਰੇ ਨੂੰ ਦੇਖਦਿਆਂ ਹੋਏ ਅਸੀਂ ਇਸ ਦੀਆਂ ਵੱਖ-ਵੱਖ ਕੜੀਆਂ ਤੁਹਾਡੇ ਤੱਕ ਪਹੁੰਚਦੀਆਂ ਕਰ ਰਹੇ ਹਾਂ। ਤੁਸੀਂ ਆਪੋ ਆਪਣੀ ਫੀਡਬੈਕ ਨਾਲ ਦਿੰਦੇ ਰਹਿਣਾ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਸੀਂ ਤੁਹਾਨੂੰ ਦੱਸ ਕੇ ਜਾਵਾਂਗੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਖਾਸ ਮਹਿਮਾਨ ਰਹਿਣਗੇ ਅਮਰੀਕਾ ਵਾਸਤੇ ਲੇਖਕ ਗੁਰਚਰਨਜੀਤ ਸਿੰਘ ਲਾਂਬਾ ਜੀ। ਉਹਨਾਂ ਦੀ ਇੱਕ ਕਿਤਾਬ ਪਿਛਲੇ ਦਿਨੀ ਸਾਹਮਣੇ ਆਈ ਹੈ, ਸਾਖੀ ਸਿੱਖ ਰਹਿਤ ਮਰਿਆਦਾ ਜੀ ਕੀ। ਉਸ ਪੁਸਤਕ ਦੇ ਵਿੱਚ ਸਿੱਖ ਰਹਿਤ ਮਰਿਆਦਾ ਬਾਰੇ ਬੜੀ ਸਟੀਕ ਜਾਣਕਾਰੀ ਉਹਨਾਂ ਨੇ ਇਕੱਠੀ ਕੀਤੀ ਹੈ। ਲਗਭਗ 2 ਦਹਾਕਿਆਂ ਦੀ ਮਿਹਨਤ ਦਾ ਨਤੀਜਾ ਹੈ। ਪਿਛਲੇ ਪ੍ਰੋਗਰਾਮ ਦੇ ਵਿੱਚ, ਪਿਛਲੇ ਐਪੀਸੋਡ ਦੇ ਵਿੱਚ ਅਸੀਂ ਕੁਛ ਗੱਲਾਂ ਬਾਤਾਂ ਕੀਤੀਆਂ ਸਨ। ਅੱਜ ਦੂਜੇ ਐਪੀਸੋਡ ਦੇ ਵਿੱਚ ਗੁਰੂ ਘਰਾਂ ਦੇ ਨਾਲ ਜੁੜੀ ਮਰਿਆਦਾ, ਕੜਾਹ ਪ੍ਰਸਾਦ ਦੇ ਬਾਰੇ, ਲੰਗਰ, ਕੀਰਤਨ, ਸਭ ਕੁਛ ਦੇ ਬਾਰੇ ਜੋ ਮਰਿਆਦਾ ਸਿੱਖ ਸਮਾਜ ਨੇ ਬਣਾਈ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਰਹਿਤਾਂ ਕੀ ਹੁੰਦੀਆਂ ਨੇ, ਕੁਰੈਤਾਂ ਕੀ ਹੁੰਦੀਆਂ ਨੇ, ਇਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਪਤਾ ਲੱਗੇਗਾ। ਸੋ ਬਿਨਾਂ ਕਿਸੇ ਦੇਰੀ ਤੋਂ ਅਸੀਂ ਜੀ ਆਇਆਂ ਕਹਿੰਦੇ ਹਾਂ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਹੋਰਾਂ ਨੂੰ। ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੁਰੂ ਘਰ ਦੇ ਵਿੱਚ ਜਿਹੜੀ ਮਰਿਆਦਾ ਨਿਭਾਈ ਜਾਂਦੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਘਰਾਂ 'ਚ ਕਿਸ ਤਰ੍ਹਾਂ ਰੱਖਦੇ ਨੇ ਲੋਕ, ਉਸ ਮਰਿਆਦਾ ਬਾਰੇ ਗੱਲਬਾਤ ਕੀਤੀ ਸੀ ਜੀ। ਅਰਦਾਸ ਬਾਰੇ ਗੱਲਬਾਤ ਕੀਤੀ ਸੀ। ਅਰਦਾਸ ਤੋਂ ਬਾਅਦ ਵਾਕ ਲਿਆ ਜਾਂਦਾ। ਆਪਾਂ ਇੱਥੋਂ ਸ਼ੁਰੂ ਕਰਨਾ ਚਾਹਾਂਗੇ। ਵਾਕ ਲੈਣ ਦੀ ਕੀ ਪਰੰਪਰਾ ਰਹੀ ਹੈ ਜੀ ਸਿੱਖ ਸਮਾਜ ਦੇ ਵਿੱਚ, ਅਤੇ ਕੀ ਮਰਿਆਦਾ ਵਾਕ ਲੈਣ ਬਾਰੇ ਜੁੜੀ ਹੋਈ ਹੈ? ਵਾਕ ਕਿਵੇਂ ਲਿਆ ਜਾਂਦਾ ਜੀ? ਜੀ ਬਹੁਤ ਧੰਨਵਾਦ। ਅਸਲ ਵਿੱਚ ਸਿੱਖ ਰਹਿਤ ਮਰਿਆਦਾ ਬਾਰੇ ਹਰ ਇੱਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਜਿਵੇਂ ਪੰਥ ਦੇ ਇੱਕ ਨਿਯਮਾਵਲੀ ਹੈਗੀ ਹੈ, ਜੇਕਰ ਨਾ ਪਤਾ ਹੋਏਗਾ ਫਿਰ ਜਾਣੇ ਅਣਜਾਣੇ ਵਿੱਚ ਕਈ ਵਾਰ ਗੁਸਤਾਖੀ ਹੋ ਜਾਂਦੀ ਹੈ। ਸੋ ਗੁਰਦੁਆਰੇ ਦੇ ਵਿੱਚ ਜਿਹੜਾ ਵੀ ਪ੍ਰੋਗਰਾਮ ਹੁੰਦਾ ਹੈ ਉਹਦੇ 'ਚ ਉਹਦਾ ਸਿਲਸਿਲਾ, ਜੋ ਉਹਦਾ ਸੀਕੁਐਂਸ ਹੈ ਉਹ ਹੈਗਾ ਕੀਰਤਨ, ਕਥਾ, ਵਖਿਆਨ, ਅਰਦਾਸ ਤੇ ਫਿਰ ਵਾਕ। ਵਾਕ ਨੂੰ ਹੁਕਮਨਾਮਾ ਵੀ ਕਿਹਾ ਜਾਂਦਾ ਹੈ। ਔਰ ਪੁਰਾਣੇ ਸਿੰਘ ਇਸ ਨੂੰ, ਜਿਹੜੀ ਪੁਰਾਣੀ ਰਹਿਤ ਮਰਿਆਦਾ ਸੀ, ਉਹਦੇ 'ਚ ਆਵਾਜ਼ ਕਿਹਾ ਗਿਆ, ਆਵਾਜ਼ਾ ਲਿਆ ਗਿਆ। ਪੁਰਾਤਨ ਜਿਤਨਾ ਸਿੱਖ ਇਤਿਹਾਸ ਹੈਗਾ ਉਹਦੇ ਵਿੱਚ ਹੈਗਾ ਗੁਰੂ ਨੇ ਆਵਾਜ਼ ਦਿੱਤੀ ਹੈ, ਉਸਨੂੰ ਆਵਾਜ਼ਾ ਕਿਹਾ ਗਿਆ। ਸੋ ਇਹ ਬਹੁਤ ਇੱਕ ਕਿਸਮ ਦਾ ਇਹਨੂੰ ਕਹਿ ਲਿਆ ਜਾਏ ਕਿ ਇਹ ਹੁਕਮ ਹੈ, ਇਹ ਆਵਾਜ਼ ਦੇ ਵਿੱਚ ਸਿੱਖ ਲਈ ਕੀ ਹੁਕਮ ਹੈ। ਸੋ ਸਿੱਖ ਜਦੋਂ ਵੀ ਗੁਰਦੁਆਰੇ ਜਾਏ ਕਦੀ ਵੀ ਉਹ ਆਵਾਜ਼ ਹੁਕਮ ਜਾਂ ਹੁਕਮਨਾਮਾ ਸੁਣੇ ਬਗੈਰ ਵਾਪਸ ਨਾ ਆਏ। ਔਰ ਜੇਕਰ ਵੈਸੇ ਵੀ ਕਿਸੇ ਐਸੇ ਵੇਲੇ ਜਾਏ ਜਦੋਂ ਕੀਰਤਨ ਕਥਾ ਨਹੀਂ ਹੋ ਰਹੀ ਹੈਗੀ, ਦੀਵਾਨ ਨਹੀਂ ਹੈਗਾ, ਤਾਂ ਅੱਜ ਕੱਲ੍ਹ ਤਾਂ ਆਮ ਹਰ ਗੁਰਦੁਆਰੇ ਦੇ ਵਿੱਚ ਬੋਰਡ ਦੇ ਉੱਤੇ ਉਹ ਹੁਕਮਨਾਮਾ ਜੋ ਅੱਜ ਦਾ ਹੈਗਾ ਉਹ ਲਿਖਿਆ ਹੁੰਦਾ ਹੈ। ਸੋ ਉਸਨੂੰ ਜ਼ਰੂਰ ਉਹਨੂੰ ਦਰਸ਼ਨ ਕਰੇ, ਪੜ੍ਹੇ ਔਰ ਉਸਨੂੰ ਸਮਝਣ ਦੀ ਕੋਸ਼ਿਸ਼ ਕਰੇ। ਇਹ ਬਹੁਤ ਲਾਜ਼ਮੀ ਹੈ। ਜੇਕਰ ਇਹ ਨਹੀਂ ਹੁੰਦਾ, ਇਹਦਾ ਮਤਲਬ ਇਹ ਹੈਗਾ ਕਿ ਉਹ ਅਧੂਰਾ ਹੈ। ਕਿਉਂਕਿ ਗੁਰਦੁਆਰੇ ਜਾਣ ਦਾ ਮਕਸਦ ਅਵਲ ਤਾਂ ਆਪ ਹੁਕਮ ਲੈ ਲਵੇ, ਪਰ ਜੇ ਨਹੀਂ ਲੈ ਸਕਦਾ ਜਾਂ ਨਾ ਲਏ, ਪਰ ਉਹ ਜਿਹੜਾ ਹੁਕਮਨਾਮਾ ਲਿਖਿਆ ਹੋਇਆ ਉਹ ਅੱਜ ਦਾ ਹੁਕਮ ਹੈ। ਇੱਕ ਗੱਲ ਹੋਰ ਬੜੀ ਵਾਰੀ ਦੇਖਣੇ ਚ ਆਉਂਦਾ ਹੈ, ਬੜੀ ਵਾਰੀ ਕੋਈ ਕਿਸੇ ਤੇ ਕਿੰਤੂ ਨਹੀਂ ਹੈ, ਕੋਈ ਪਰੰਤੂ ਨਹੀਂ, ਕਿਸੇ ਦੀ ਕੋਈ ਉਸ ਤਰ੍ਹਾਂ ਦੀ ਨਹੀਂ, ਪਰ ਇੱਕ ਆਮ ਵੇਖਣ ਚ ਕਈ ਵਾਰ ਆਉਂਦਾ ਜਿਹੜਾ ਬੜਾ ਅਜੀਬ ਜਿਹਾ ਲੱਗਦਾ ਹੈ। ਕਈ ਵਾਰ ਕਈ ਰਾਗੀ ਕੀਰਤਨ ਕਰਦੇ ਆ, ਕੀਰਤਨ ਕਰਨ ਤੋਂ ਬਾਅਦ ਜਦੋਂ ਅਰਦਾਸ ਹੋਣ ਦਾ ਟਾਈਮ ਆਉਂਦਾ ਉਹ ਬਾਹਰ ਚਲੇ ਜਾਂਦੇ ਆ, ਇੱਕਦਮ ਬਾਹਰ ਚਲੇ ਜਾਂਦੇ ਆ। ਅਰਦਾਸ ਤੇ ਹੁਕਮਨਾਮਾ ਇਹ ਬਹੁਤ ਮਹੱਤਵਪੂਰਨ ਹੈ। ਬਲਕਿ ਤੁਸੀਂ ਦੇਖੋਗੇ ਦਰਬਾਰ ਸਾਹਿਬ ਜਾਂ ਹੋਰ ਕਿਧਰੇ ਜਦੋਂ ਆਵਾਜ਼ ਜਾਂ ਹੁਕਮਨਾਮਾ ਹੁੰਦਾ, ਜਿੱਥੇ ਕੋਈ ਖੜਾ ਹੁੰਦਾ ਉੱਥੇ ਖੜੇ ਹੋ ਜਾਂਦੇ ਆ। ਇਹਦਾ ਮਤਲਬ ਅਟੈਂਟਿਵ ਹੋ ਕੇ ਉਹਦਾ ਧਿਆਨ ਦੇ ਕੇ ਉਹਨੂੰ ਸੁਣਨਾ ਹੈ। ਸੋ ਆਵਾਜ਼ ਦਾ ਇਹ ਜਿਹੜਾ ਹੈਗਾ ਜਾਂ ਹੁਕਮਨਾਮੇ ਦਾ ਇਹ ਮਹੱਤਵ ਹੈ ਜੀ। ਹੁਕਮਨਾਮਾ ਲੈਣ ਉਪਰੰਤ ਦੇਗ ਵਰਤਾਈ ਜਾਂਦੀ ਹੈ ਜੀ। ਹੁਣ ਵੱਖ-ਵੱਖ ਥਾਵਾਂ ਤੇ ਦੇਗ ਕਈ ਰੂਪਾਂ 'ਚ ਆਪਾਂ ਨੂੰ, ਕਿਤੇ ਫੁੱਲੀਆਂ ਦਾ ਪ੍ਰਸ਼ਾਦ, ਕਿਤੇ ਪਤਾਸੇ, ਤੇ ਦੇਗ ਤਾਂ ਮੈਂ ਸਮਝਦਾ ਕਿ ਕੜਾਹ ਪ੍ਰਸਾਦ ਆਪਾਂ ਜੋ ਹਾਸਲ ਕਰਦੇ ਹਾਂ ਜੀ, ਉਹਦੇ ਨਾਲ ਜਿਹੜੀ ਮਰਿਆਦਾ ਜੁੜੀ ਹੋਈ ਆ ਉਹਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਜੀ। ਬੜੇ ਤੁਸੀਂ ਛੋਟੇ ਛੋਟੇ ਸਵਾਲ ਕਰ ਰਹੇ ਹੋ, ਪਰ ਇਹ ਛੋਟੇ ਨਹੀਂ ਹੈਗੇ, ਇਹ ਬਹੁਤ ਅਹਿਮ ਹੈਗੇ ਆ, ਬਹੁਤ ਵੱਡੇ ਹੈਗੇ ਆ।
ਦੇਖੋ ਭਾਵੇਂ ਤੁਸੀਂ ਅੰਮ੍ਰਿਤਸਰ ਸਾਹਿਬ ਚਲੇ ਜਾਓ, ਭਾਵੇਂ ਤੁਸੀਂ ਅਮਰੀਕਾ ਆ ਜਾਓ, ਅਫਰੀਕਾ ਚਲੇ ਜਾਓ, ਪਿੰਡ ਵਿੱਚ ਚਲੇ ਜਾਓ, ਸਤਿਗੁਰ ਸੱਚੇ ਪਾਤਸ਼ਾਹ ਦਾ ਇੱਕ ਉਹਦਾ ਇਹ ਮਕਸਦ ਇਹ ਸੀ ਕਿ ਸਿੱਖ, ਗੁਰਦੁਆਰਾ ਤੇ ਗੁਰੂ ਇਹ ਇੱਕੋ ਹੀ ਹੈ, ਇਹ ਵੱਖ ਨਹੀਂ ਹੈ। ਇਹ ਨਹੀਂ ਹੋ ਸਕਦਾ ਕਿ ਕੋਈ ਅਮੀਰਾਂ ਦਾ ਗੁਰਦੁਆਰਾ ਹੈਗਾ ਤੇ ਇੱਥੇ ਵਿੱਚ ਕਿਸ਼ਮਿਸ਼, ਬਦਾਮ ਤੇ ਕਾਜੂ ਤੇ ਹੋਰ ਚੀਜ਼ੇ, ਮੇਵੇ ਪਾ ਕੇ ਉਹਨੂੰ ਪ੍ਰਸ਼ਾਦ ਮਿਲੇ, ਕਿਧਰੇ ਕਿਸੇ ਹੋਰ ਚੀਜ਼ ਦਾ ਮਿਲੇ ਤੇ ਕਿਸੇ ਥਾਂ ਦੇ ਉੱਤੇ ਉਹਨੂੰ ਖਾਲੀ ਫੁੱਲੀਆਂ ਮਿਲ ਜਾਣ। ਏਦਾਂ ਨਹੀਂ ਸੀ। ਇਸ ਕਰਕੇ ਸ਼ੁਰੂ ਤੋਂ ਹੀ ਇਹ ਲਿਖਿਆ ਹੋਇਆ ਹੈ ਕਿ ਦੇਗ ਜਿਹੜੀ ਹੈ ਉਹ ਕੜਾਹ ਪ੍ਰਸ਼ਾਦ ਹੈ। ਕੜਾਹ ਪ੍ਰਸ਼ਾਦ ਬਹੁਤ ਮਹੱਤਵਪੂਰਨ ਹੈ ਔਰ ਕੜਾਹ ਪ੍ਰਸ਼ਾਦ ਦੀ ਰੈਸਪੀ ਵੀ ਲਿਖੀ ਹੈ। ਦੇਖੋ ਕਿਧਰੇ ਜਦੋਂ ਹੁੰਦਾ ਹੈ ਕਿ ਉਹਨੂੰ ਇੰਸਟੀਟਿਊਸ਼ਨਲਾਈਜ਼ ਕਰ ਦੇਣ ਲਈ ਉਹਦੀ ਰੈਸਪੀ ਬਣਾਈ ਜਾਂਦੀ ਹੈ। ਰੈਸਪੀ ਹੁੰਦੀ ਹੈ, ਉਹ ਲਿਖਿਆ 3 ਚੀਜ਼ਾਂ ਬਰਾਬਰ ਮਾਤਰਾ ਦੇ ਵਿੱਚ, ਉਹਦੇ ਚ ਹੈਗਾ ਆਟਾ, ਘਿਓ ਤੇ ਖੰਡ। ਇਹ 3 ਚੀਜ਼ਾਂ ਇੱਕੋ ਮਾਤਰਾ ਦੇ ਵਿੱਚ, ਤਿੰਨਾਂ, ਇਹਨੂੰ ਤ੍ਰਿਹਾਫਲ ਵੀ ਕਿਹਾ ਜਾਂਦਾ ਹੈ ਔਰ ਇਸ ਨੂੰ ਪੰਚਾਮ੍ਰਿਤ ਵੀ ਕਿਹਾ ਜਾਂਦਾ ਹੈ, ਕਿਉਂਕਿ ਫਿਰ ਪਾਣੀ ਤੇ ਅੱਗ ਇਹ ਮਿਲਾ ਕੇ 5 ਚੀਜ਼ਾਂ ਨਾਲ ਤਿਆਰ ਕੀਤਾ ਹੋਇਆ, ਇਹਨੂੰ ਪੰਚਾਮ੍ਰਿਤ ਵੀ ਕਿਹਾ ਜਾਂਦਾ ਹੈ। ਇਹ ਜਿਹੜੀ ਦੇਗ ਤਿਆਰ ਹੋਏਗੀ ਔਰ ਦੇਗ ਤਿਆਰ ਕਰਨ ਵੇਲੇ ਉਹ ਵਾਹਿਗੁਰੂ ਦਾ ਜਾਪ ਕਰੇ ਜਾਂ ਸਿਮਰਨ ਕਰਦਾ ਹੋਇਆ ਉਹ ਦੇਗ ਤਿਆਰ ਕਰੇ, ਉਹਦੇ ਨਾਲ ਉਹਦੇ ਵਿੱਚ ਬਰਕਤ ਵੀ ਹੋਏਗੀ। ਸੋ ਉਹਦੇ ਵਿੱਚ ਫਿਰ ਅੱਗੇ ਇਹ ਵੀ ਲਿਖਿਆ ਕਿ ਜਿਹੜੀ ਦੇਗ ਵਰਤਾਣੀ ਹੈ ਉਹਦੇ ਚ ਇੱਕ ਲਫ਼ਜ਼ ਬੜਾ ਦਿਲਚਸਪ ਹੈ ਕਿ ਗੱਫਾ ਵਰਤਾਏ। ਹੁਣ ਗੱਫਾ ਮਤਲਬ ਹੁੰਦਾ ਹੈ ਕਿ ਖੁੱਲਾ ਦਵੇ, ਯਾਨੀ ਕਿ ਇਹ ਜਿਹੜੀ ਚੀਜ਼ ਹੈਗੀ ਹੈ ਤੇ ਹੁਣ ਠੀਕ ਹੈ, ਕਈ ਅੱਜ ਕੱਲ ਦੇ ਹਾਲਾਤ ਵਿੱਚ ਨਹੀਂ ਲੈਣਾ ਚਾਹੁੰਦੇ ਜਾਂ ਨਹੀਂ, ਉਹ ਥੋੜਾ ਲੈਂਦੇ ਆ, ਪਰ ਵਰਤਾਨ ਵਾਲੇ ਨੇ ਜਿਹੜਾ ਹੈਗਾ ਉਹਨੇ ਗੱਫਾ ਵਰਤਾਣਾ। ਇਹਦੇ ਵਿੱਚ ਇੱਕ ਚੀਜ਼ ਹੋਰ ਕਹਿਣ ਦੀ ਲੋੜ ਹੈ, 2 ਚੀਜ਼ਾਂ ਇਹਦੇ ਵਿੱਚ ਮੈਂ ਜ਼ਰੂਰ ਜੋੜਨੀਆਂ ਚਾਹਾਂਗਾ। ਕਈ ਵਾਰ ਕੀ ਹੁੰਦਾ ਹੈ, ਕਈ ਗੁਰਦੁਆਰੇ ਐਸੇ ਵੀ ਵੇਖੇ ਗਏ ਜਿਨ੍ਹਾਂ ਵਿੱਚ ਉਹ ਦੇਗ ਵਰਤਾਈ ਨਹੀਂ ਜਾਂਦੀ, ਉਹ ਬਾਹਰ ਰੱਖ ਦਿੱਤੀ ਜਾਂਦੀ ਹੈ, ਉੱਥੇ ਵਰਤਾਈ ਜਾਂਦੀ ਹੈ। ਇਹ ਪ੍ਰਵਾਨ ਨਹੀਂ ਹੈਗਾ। ਉਹਨਾਂ ਦਾ ਕਹਿਣਾ ਜੀ ਕਾਰਪੇਟ ਖਰਾਬ ਹੁੰਦੇ ਹੈ, ਅੰਦਰ ਸਫਾਈ ਨਹੀਂ ਰਹਿੰਦੀ। ਸਵਾਲ ਇਹ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜ਼ਿਆਦਾ ਕੀਮਤੀ, ਪਵਿੱਤਰ ਔਰ ਬੇਸ਼ਕੀਮਤੀ ਉੱਥੇ ਕਾਲੀਨ ਤੇ ਉਹ ਚੀਜ਼ਾਂ ਨਹੀਂ ਹੋਣਗੀਆਂ, ਪਰ ਉੱਥੇ ਵੀ ਦੇਗ 5 ਵਾਰੀ ਵਰਤਾਈ ਜਾਂਦੀ ਹੈ, ਅੰਦਰ ਵਰਤਾਈ ਜਾਂਦੀ ਹੈ। ਉੱਥੇ ਵਰਤਾਣ ਤੋਂ ਬਾਅਦ ਇੱਕ ਵਾਰੀ ਉਹ ਛਾਂਦਾ ਦੇਣ ਤੋਂ ਬਾਅਦ ਬਾਹਰ ਭਾਵੇਂ ਉਹਦੇ ਚ ਜਿਵੇਂ ਰੱਖਿਆ ਜਾਂਦਾ, ਉੱਥੋਂ ਬਾਹਰ ਨਿਕਲਣ ਲੱਗਿਆ ਹੁੰਦਾ, ਪਰ ਜਿਹੜੇ ਉਹ ਆਸਾ ਦੀ ਵਾਰ ਦੇ ਬਾਅਦ, ਆਸਾ ਕੀ ਵਾਰ ਦੇ ਬਾਅਦ ਜਿਹੜੇ ਅੰਦਰ ਸੰਗਤ ਹੁੰਦੀ ਹੈ, ਉਹਨਾਂ ਨੂੰ ਉਹ ਦੇਗ ਜਿਹੜੀ ਹੈ ਅੰਦਰ ਪ੍ਰਾਪਤ ਹੁੰਦੀ ਹੈ। ਇੱਕ ਚੀਜ਼ ਤੁਸੀਂ ਹੋਰ ਵੇਖੋਗੇ ਕਿ ਜਿਹੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਰੈਸਪੀ ਹੈ, ਜਿਹੜਾ ਜਿਸ ਤਰੀਕੇ ਨਾਲ ਤਿਆਰ ਹੁੰਦਾ ਹੈ, ਉਹ ਬਿਲਕੁਲ ਨਿਯਤ ਤਰੀਕੇ ਦੇ ਨਾਲ ਘਿਓ, ਆਟਾ ਤੇ ਖੰਡ, ਉਹ ਬਕਾਇਦਾ ਉਹ ਘਿਓ ਜਿਹੜਾ ਹੈਗਾ ਉਹ ਤਰਦਾ ਹੁੰਦਾ, ਯਾਨੀ ਕਿ ਉਹ ਜਿਹੜੀ ਪ੍ਰੋਪਰ ਹੈਗਾ। ਹੁਣ ਕਈ ਵਾਰੀ ਇੱਕ ਇੱਥੇ ਵੀ ਹੋਇਆ, ਇਸ ਤਰ੍ਹਾਂ ਵੀ ਦੇਖਣ ਚ ਆਇਆ, ਹੁਣ ਕਈ ਆਪਣੇ ਆਪ ਨੂੰ ਜ਼ਿਆਦਾ ਚਤਰ ਸਮਝਦੇ ਆ, ਸ਼ਾਇਦ ਗੁਰੂ ਤੋਂ ਜ਼ਿਆਦਾ ਸਿਆਣੇ ਸਮਝਣ ਲੱਗ ਪਏ ਆ, ਉਹ ਕਈ ਖੰਡ ਦੀ ਜਗ੍ਹਾ ਸ਼ਹਿਦ ਪਾਣ ਲੱਗ ਪਏ। ਹੁਣ ਇੱਥੇ ਪਿੱਛੇ ਮੇਰੀ ਕਿਸੇ ਨਾਲ ਗੱਲ ਹੋ ਰਹੀ, ਕਹਿੰਦੇ ਜੀ ਅਸੀਂ ਉਹਦੇ ਬਾਅਦ ਉਹ ਸ਼ੱਕਰ ਪਾਣੀ ਸ਼ੁਰੂ ਕਰ ਦਿਆਂਗੇ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਹੀਂ ਚਾਹੀਦੀਆਂ। ਡਿਸਪਲਿਨ ਜਿਹੜਾ ਹੈਗਾ, ਨਿਯਮ ਹੁੰਦੇ ਹੈਗੇ, ਉਹਦੇ ਵਿੱਚ ਜਿਹੜੀਆਂ ਹੋਰ ਤੁਸੀਂ ਬਣਾਉਣਾ ਲੰਗਰ ਜੋ ਕਰਨਾ ਉਹ ਵੱਖਰਾ ਹੈ, ਉਹਦੇ ਜਿਹੜੀਆਂ ਮਰਜ਼ੀ ਤੁਸੀਂ ਕਿਸੇ ਨੂੰ ਪਾਰਟੀ ਦੇਣੀ ਹੈ, ਜੋ ਮਰਜ਼ੀ ਕਰੋ, ਪਰ ਦੇਗ ਦੀ ਮਰਿਆਦਾ, ਕੜਾਹ ਪ੍ਰਸ਼ਾਦ ਦੀ ਮਰਿਆਦਾ ਜਿਹੜੀ ਹੈ ਇਹ ਨਹੀਂ ਬਦਲੀ ਕੀਤੀ ਜਾ ਸਕਦੀ ਤੇ ਨਾ ਹੀ ਇਸ ਨੂੰ ਕਰਨਾ ਚਾਹੀਦਾ। ਸੂਜੀ ਦਾ ਪ੍ਰਸਾਦ ਪ੍ਰਵਾਨ ਹੈ ਜੀ ਜਾਂ ਰੰਗ ਪਾਇਆ ਲੱਗੂਗਾ? ਰੰਗ ਨਹੀਂ ਜੀ, ਨਹੀਂ ਹੈਗਾ ਜੀ, ਨਹੀਂ ਹੈਗਾ ਜੀ, ਉਹਦੇ ਚ ਲਿਖਿਆ ਨਹੀਂ ਹੈਗਾ, ਨਹੀਂ ਹੈਗਾ। ਉਹਦੇ ਚ ਮੈਂ ਫਿਰ ਦੁਬਾਰਾ ਦੁਹਰਾ ਦਿਆਂ, 3 ਤ੍ਰਿਹਾਫਲ ਇੱਕੋ ਮਾਤਰਾ ਦੇ ਵਿੱਚ, ਬਰਾਬਰ ਮਾਤਰਾ ਦੇ ਵਿੱਚ ਆਟਾ, ਘਿਓ ਤੇ ਖੰਡ, ਇਹ ਤਿੰਨੋਂ ਹੈਗੀਆਂ ਜਿਹੜੀਆਂ ਪ੍ਰੋਪਰ ਮਾਤਰਾ ਦੇ ਵਿੱਚ। ਔਰ ਇਹਦੇ ਚ ਫਿਰ ਜਿਵੇਂ ਦੱਸਿਆ ਹੈਗਾ, ਕਿਉਂਕਿ ਅੱਗ ਔਰ ਪਾਣੀ ਦੇ ਸੁਮੇਲ ਨਾਲ ਇਹ ਹੁੰਦਾ, ਇਸ ਕਰਕੇ ਇਹਨੂੰ ਪੰਚਾਮ੍ਰਿਤ ਵੀ ਕਿਹਾ ਗਿਆ ਹੈ ਜੀ। ਇਹਦੀ ਪੌਸ਼ਟਿਕਤਾ ਬਾਰੇ ਵੀ ਮਾਹਰ ਬੜਾ ਵਧੀਆ ਦੱਸਦੇ ਨੇ ਜੀ। ਔਰ ਉਹਨਾਂ ਸਮਿਆਂ ਦੀ ਇਹ ਉਪਜ ਹੈ ਜਦੋਂ ਸਿੰਘਾਂ ਨੂੰ ਇਹ ਲੱਗਦਾ ਸੀ ਕਿ ਲੰਮਾ ਸਮਾਂ ਉਹ ਇਹ ਪ੍ਰਸ਼ਾਦ ਲੈ ਕੇ ਕੱਟ ਸਕਦੇ ਨੇ, ਭੁੱਖੇ ਧਿਆਏ
ਜਿਹੜੀ ਤੇਹ ਨਹੀਂ ਲੱਗਦੀ ਗੀ, ਉਹਦੇ ਬਾਰੇ ਜਿਹੜੇ ਤੁਸੀਂ ਕੀ ਸਮਝਦੇ ਹੋ ਕਿ ਇਹ ਖੁਰਾਕੀ ਤੱਤਾਂ ਦੇ ਤੌਰ 'ਤੇ ਜੇ ਆਪਾਂ ਇਹਨੂੰ ਦੇਖੀਏ ਤਾਂ ਜਿਹੜੇ ਜਿਸ ਤਰ੍ਹਾਂ ਦੇ 3 ਮੇਲ ਦਾ ਕੜਾਹ ਆਪਾਂ ਦੇਖਦੇ ਹਾਂ, ਉਹਨੂੰ ਕਿਵੇਂ ਸਮਝਦੇ ਹੋ ਤੁਸੀਂ? ਦੇਖੋ, ਇਹ ਉਹਦੇ ਲਈ अपनी जेड़ी मर्जी वो दिल के बहलाने को गालिब ये ख्याल अच्छा है, जिन्नियां मर्जी एक्सप्लेनेशन दी जाए। जिवें कई हुंदा हिंदू मत दे विच भी कई परंपरावां हुंदियां, उहनूं हुण साइंटिफिक दसनी शुरू कर दिंदे जी कि इसां दा ये फायदा है, ये है, वो है। वो नहीं, कड़े दा ये फायदा है, ये नुकसान है। सो इदां दी गल नहीं हैगी। गल तां परंपरा दी और हुक्म दी है, भावें उहदे च नुकसान होए या फायदा होए, इहदे विच ओह नहीं हुंदा। मैं हुण एक हवाला जरूर देना चाहांगा। एक बार किसी विद्यार्थी ने, खालसा कॉलेज के विद्यार्थी ने मास्टर तारा सिंह जी नूं कहा कि जी कड़ा पाण दा की फायदा है। उन्होंने कहा कि मैनू फायदा है, तैनू नहीं हैगा। ते ओह कहण लगा जी तुहानू फायदा है, मैनू नहीं है। कहंदे हाँ मैनू फायदा है, तैनू नहीं। कहंदे जी एक ही गल होई। मास्टर जी ने कहा कि तू इस करके पांदा है, शायद ये पाण नाल तू कहंदा इम्तिहान च पास हो जाए, तेरा कोई फलाना काम हो जाए या होर कुछ हो जाए। कहंदे मेरा ऐसा कोई मकसद नहीं, तैनू नहीं होएगा। मैनू फायदा ये है कि मैं जदों ये कड़ा पांदा मैनू याद करांदा है कि जिसने कड़ा पाया सी ओदा बंद बंद कट्टिया गया, ओदी खोपड़ी उतार दित्ती गई, उसनू शहीद कर दिता गया। मैं इस करके पांदा, शायद गुरु कृपा करे मैनू भी उस मार्ग दे उत्ते तोड़ दवे। सो सिੱਖੀ फायदे नुकसान ਦੀਆਂ ਜਿਹੜੀਆਂ ਗੱਲਾਂ ਇਹ ਬਾਣੀਏ ਦੀ ਤਾਂ ਹੋ ਸਕਦੀ ਹੈ, ਪਰ ਸਿੰਘ ਪ੍ਰਤੀ ਨਹੀਂ ਹੋ ਸਕਦੀ। ਜੀ ਬਿਲਕੁਲ ਜੀ। ਇਸੇ ਤਰ੍ਹਾਂ ਅਰਦਾਸ ਦੌਰਾਨ ਜ਼ਿਕਰ ਆਉਂਦਾ ਜੀ, ਤੇ ਫਿਰ ਇੱਕ ਸਿੰਘ ਜਿਹੜਾ ਉਹ ਆਪਣਾ ਸ੍ਰੀ ਸਾਹਿਬ ਫੇਰਦਾ ਪ੍ਰਾਂਤ ਦੇ ਵਿੱਚ, ਉਹ ਭੋਗ ਲਗਾਉਣ ਦੀ ਕੀ ਮਰਿਆਦਾ ਜੀ, ਉਹ ਕਿਉਂ ਲਗਾਇਆ ਜਾਂਦਾ, ਉਹਦੇ ਪਿੱਛੇ ਕੀ ਤਾਂ? ਬਿਲਕੁਲ ਇਸ ਤਰ੍ਹਾਂ ਹੁੰਦਾ ਜੀ, ਜਦੋਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਵੀ ਇਹ ਦੋ ਚੀਜ਼ਾਂ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਨਜ਼ਰ ਆਉਂਦੀਆਂ, ਇਤਿਹਾਸ ਦੇ ਵਿੱਚ ਅੰਕਿਤ ਹੈ। ਇੱਕ ਤਾਂ ਕੋਈ ਵੀ ਜਦੋਂ ਉਹਨਾਂ ਨੂੰ ਬੀਬੀ ਕੋਈ ਮਿਲਣ ਆਉਂਦੀ ਸੀ ਤਾਂ ਉਹ ਉਸ ਨੂੰ ਤੀਰ ਦੇ ਨਾਲ ਉਸ ਦੀ ਜਿਹੜਾ ਹੈਗਾ ਚੁਆ ਕੇ ਉਹਦਾ ਅਭਿਵਾਦਨ ਕਹਿ ਲੋ ਜਾਂ ਉਹਦੀ ਫਤਿਹ ਉਹ ਪ੍ਰਵਾਨ ਕਰਦੇ ਸੀ। ਇੱਕ ਤਾਂ ਉਹ ਸੀਗਾ ਤੀਰ ਦੇ ਨਾਲ। ਦੂਜੀ ਸੀਗੀ ਕਿ ਜਦੋਂ ਉਹਨਾਂ ਦੇ ਕੋਲ ਦੇਗ ਆਉਂਦੀ ਸੀ ਤਾਂ ਉਹ ਤੀਰ ਦੇ ਨਾਲ ਹੀ ਉਹਦੇ ਚੋਂ ਉਹ ਲੈਂਦੇ ਸੀਗੇ। ਉਹ ਜਿਹੜੀ ਪਰੰਪਰਾ ਸੀਗੀ। ਸੋ ਗੁਰੂ ਸਾਹਿਬ ਦੀ ਪ੍ਰਵਾਨਗੀ ਜਿਹੜੀ ਹੈ ਉਹ ਉਹਨਾਂ ਦੇ ਸ਼ਸਤਰਾਂ ਦੇ ਨਾਲ ਹੁੰਦੀ ਹੈ। ਕਿਰਪਾਨ ਜਿਹੜੀ ਹੈ ਉਹ ਗੁਰੂ ਦਾ ਸੂਚਕ ਹੈ, ਗੁਰੂ ਦਾ ਇੱਕ ਚਿੰਨ੍ਹ ਹੈ। ਇਸ ਨੂੰ ਜਿਹੜਾ ਹੈਗਾ ਇਸੇ ਕਰਕੇ ਹਜ਼ੂਰ ਨੇ ਵੀ ਇੱਕ ਗੱਲ ਕਹੀ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਖੁਦ ਕਿਹਾ, ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੇ ਬਣਾਏ, ਤਿਨ ਕਰ ਆਪਣੋ ਹੱਥ ਦੇ ਅਸਦੁਜ ਲੇਤ ਪਚਾਏ। ਅਸਧੁਜ ਅਸਕੇਤ ਖੜਗ ਕੇਤ ਖੜਗ ਦੁਜ, ਇਹ ਹੈ ਉਹ ਝੰਡਾ ਜਿਹਦੇ ਵਿੱਚ ਕਿਰਪਾਨਾਂ ਦਾ ਨਿਸ਼ਾਨ ਹੈ, ਯਾਨੀ ਕਿਰਪਾਨ ਵਾਹਿਗੁਰੂ ਦਾ ਚਿੰਨ੍ਹ ਹੈ। ਇਸੇ ਕਰਕੇ ਹਜ਼ੂਰ ਦਾ ਹੁਕਮ ਵੀ ਹੈ, ਖੜਗ ਹਾਥ ਜਿਨ ਤਜੋ ਖੜਗ ਧਾਰਾ ਸਹੋ। ਜਿਹੜੇ ਵਿਅਕਤੀ ਤਲਵਾਰ ਦੇ ਦਸਤੇ ਤੋਂ ਹੱਥ ਹਟਾ ਲੈਣਗੇ, ਉਹ ਤਲਵਾਰ ਉਹ ਕਿਰਪਾਨ ਉਹਨਾਂ ਦੇ ਗਰਦਨ ਦੇ ਉੱਤੇ ਪਏਗੀ। ਸੋ ਇਹ ਗੁਰੂ ਸਾਹਿਬ ਦੀ ਪ੍ਰਵਾਨਗੀ ਦਾ ਲਖਾਇਕ ਹੈ। ਹਾਂ ਇੱਕ ਗੱਲ ਹੈ, ਕਈ ਵਾਰ ਕੀ ਹੁੰਦਾ ਦੇਖਣ ਚ ਆਉਂਦਾ ਹੈ ਕਿ ਉਧਰੋਂ ਅਰਦਾਸ ਹੋ ਰਹੀ ਹੁੰਦੀ ਹੈ ਔਰ ਇੱਕ ਸਿੰਘ ਜਿਹੜਾ ਉਹ ਹੱਥ ਵਿੱਚ ਕਿਰਪਾਨ ਫੜ ਕੇ ਤਿਆਰ ਖੜਾ ਹੁੰਦਾ ਹੈ। ਉਧਰੋਂ ਜਦੋਂ ਆਇਆ ਕਿ ਆਪ ਜੀ ਕੋ ਪ੍ਰਵਾਨ ਹੋਵੇ, ਉਹ ਫਟ ਉਸੇ ਵੇਲੇ ਕਰਦਾ। ਉਹਦੇ ਤੇ ਪੰਥਕ ਨਿਰਣਾ ਹੈ, ਉਸ ਵੇਲੇ ਕਰਨ ਦੀ ਲੋੜ ਨਹੀਂ। ਉਹ ਬਾਅਦ ਵਿੱਚ ਵੀ ਜਿਹੜਾ ਹੈ ਅਰਦਾਸ ਦੀ ਸਮਾਪਤੀ ਦੇ ਬਾਅਦ ਉਹ ਕਿਰਪਾਨ ਭੇਟ ਕੀਤੀ ਜਾ ਸਕਦੀ ਹੈ। ਪਰ ਕਿਰਪਾਨ ਭੇਟ ਕਰਨ ਤੋਂ ਬਿਨਾਂ ਉਹ ਪ੍ਰਸ਼ਾਦ ਨਹੀਂ ਹੈ। ਉਹ ਇੱਕ ਕੋਈ ਖਾਣ ਦਾ ਪਦਾਰਥ ਤਾਂ ਹੋ ਸਕਦਾ ਹੈ, ਪਰ ਉਹ ਪ੍ਰਵਾਨਗੀ ਨਹੀਂ ਹੋਈ। ਜੀ ਤੇ ਸੁੱਕੇ ਪ੍ਰਸਾਦ ਬਾਰੇ ਜਾਂ ਪ੍ਰਸਾਦ ਦੇ ਜਿਹੜੇ ਹੋਰ ਕਈ ਰੂਪ ਨੇ ਜੀ, ਫੁੱਲੀਆਂ, ਪਤਾਸੇ, ਮਖਾਣੇ ਵਗੈਰਾ, ਉਹਨਾਂ ਬਾਰੇ ਸਿੱਖਾਂ ਨੂੰ ਕੀ ਕਿਹਾ ਗਿਆ ਜੀ, ਕੀ ਮਰਿਆਦਾ ਉਹਨਾਂ ਦੇ ਬਾਰੇ? ਉਹਦੇ ਚ ਕੋਈ ਮਨਾਹੀ ਨਹੀਂ ਹੈ, ਪਰ ਜਿਹੜੇ ਦੀਵਾਨ ਸੁੱਕਾ ਪ੍ਰਸ਼ਾਦ ਰੱਖ ਦੇਣਾ, ਜਾਂ ਹੁਣ ਜਿਵੇਂ ਜਿਹੜਾ ਸੁੱਕਾ ਪ੍ਰਸ਼ਾਦ ਜਾਂ ਹੋਰ ਚੀਜ਼ਾਂ, ਇਹ ਉਹਦਾ ਬਦਲ ਨਹੀਂ ਹੋ ਸਕਦਾ। ਉਹਦੇ ਨਾਲ ਅਗਰ ਰੱਖਿਆ ਜਦੋਂ ਦੀਵਾਨ ਨਹੀਂ ਹੈ ਜਾਂ ਕਿਸੇ ਨੇ ਬਾਹਰ ਲੈ ਕੇ ਜਾਣਾ, ਜਿਵੇਂ ਹਜ਼ੂਰ ਸਾਹਿਬ, ਪਟਨਾ ਸਾਹਿਬ, ਤੇ ਜਿਵੇਂ ਹੁਣ ਹਰਮੰਦਰ ਸਾਹਿਬ ਵੀ ਕਰ ਦਿੱਤਾ ਗਿਆ। ਪਟਨਾ ਸਾਹਿਬ ਪਿੰਨੀ ਪ੍ਰਸ਼ਾਦ ਦਿੰਦੇ ਸੀਗੇ, ਉਹ ਪਿੰਨੀਆਂ ਬਣੀਆਂ ਹੁੰਦੀਆਂ ਸੀਗੀਆਂ,
ਤੇ ਔਰ ਹਜ਼ੂਰ ਸਾਹਿਬ ਪੰਜੀਰੀ ਦਾ ਹੈਗਾ ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਕੀਤਾ, ਉਹ ਉਹਦਾ ਸਬਸਟੀਚਿਊਟ ਨਹੀਂ ਹੈਗਾ, ਬਦਲ ਨਹੀਂ ਹੈਗਾ। ਉਹ ਉਹਦੇ ਨਾਲ ਅਗਰ ਕੋਈ ਪਰ ਦੀਵਾਨ ਦੇ ਵਿੱਚ ਜਿਹੜੀ ਪ੍ਰਵਾਨਗੀ ਹੈ ਉਹ ਕੜਾਹ ਪ੍ਰਸ਼ਾਦ ਜੀ। ਕੜਾਹ ਪ੍ਰਸ਼ਾਦ ਕਹਿਣੀ ਚ ਬਣਦੀ ਹੈ। ਕਈ ਵਾਰ ਕਈ ਵੇਖਣ ਵਿੱਚ ਆਉਂਦਾ ਹੈ, ਕਈ ਲੋਕ ਪ੍ਰਸ਼ਾਦ ਲੈਣ ਤੋਂ ਇਨਕਾਰ ਕਰਦੇ ਆ। ਅਗਰ ਸਿੱਖ ਲਈ ਉਹ ਗੁਰੂ ਦੀ ਬਰਕਤ ਹੈ, ਗੁਰੂ ਦਾ ਪ੍ਰਸ਼ਾਦ ਦਾ ਮਤਲਬ ਹੁੰਦਾ ਹੈ ਉਹਦੀ ਬਰਕਤ। ਉਸ ਤੋਂ ਇਨਕਾਰ ਕਰਨਾ ਜਿਹੜਾ ਇਹ ਕਹਿਣਾ ਕਿ ਮੈਂ ਉਸ ਤੋਂ ਮਹਿਰੂਮ ਹੋਣਾ ਚਾਹੁੰਦਾ, ਇਹ ਨਹੀਂ ਹੋਣਾ ਚਾਹੀਦਾ ਜੀ। ਉਸ ਤੋਂ ਬਾਅਦ ਆਪਾਂ ਹੁਣ ਗੁਰਬਾਣੀ ਦੇ ਗਾਇਨ ਨਾਲ ਗੱਲਬਾਤ ਕਰਨੀ ਹੈ ਜੀ ਕਿ ਗੁਰਬਾਣੀ ਗਾਏ ਜਾਣ ਲਈ ਬਣੀ ਹੈ। 31 ਰਾਗਾਂ 'ਚ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਇਹ ਜਦੋਂ ਰਸ ਪਿੰਨਾ ਕੀਰਤਨ ਪ੍ਰਵਾਹ ਚੱਲ ਰਿਹਾ ਹੁੰਦਾ ਤਾਂ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਤਾਰੀ ਹੋ ਜਾਂਦਾ, ਸੁਣਨ ਵਾਲਾ ਵਿਸਮਾਦੀ ਅਵਸਥਾ 'ਚ ਪਹੁੰਚ ਜਾਂਦਾ ਹੈ। ਇਹ ਉਸ ਕੀਰਤਨ ਦੀ ਆਭਾ ਮੰਡਲ ਦਾ ਹੀ ਅਸਰ ਹੁੰਦਾ ਹੈ। ਕੀਰਤਨ ਦੇ ਨਾਲ ਕਿਸ ਤਰ੍ਹਾਂ ਦੀ ਮਰਿਆਦਾ ਜੁੜੀ ਹੋਈ ਹੈ ਜੀ? ਕੀਰਤਨ ਤੁਸੀਂ ਆਪ ਵੀ ਦੱਸ ਦਿੱਤਾ ਹੈਗਾ ਕਿ ਰਾਗਾਂ ਦੇ ਵਿੱਚ ਕੀਰਤਨ ਗਾਇਨ ਸ਼ਬਦ ਗਾਇਨ ਕਰਨ ਨੂੰ ਕੀਰਤਨ ਕਿਹਾ ਜਾਂਦਾ ਹੈ। ਤਕਰੀਬਨ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੈਗੀ ਹੈ ਉਹ ਰਾਗਾਂ ਦੇ ਵਿੱਚ ਹੈਗੀ ਹੈ। ਤਕਰੀਬਨ ਕੁਛ ਜਿਹੜੀ ਹੈ ਰਾਗ ਮੁਕਤ ਵੀ ਹੈ, ਪਰ ਉਹਦੇ ਲਈ ਇਹ ਹੈਗਾ ਕਿ ਜਿਹੜੀ ਗਾਇਨ ਕਰਨੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ, 10 ਗੁਰੂ ਸਾਹਿਬਾਨ ਦੀ ਬਾਣੀ ਔਰ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਔਰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਇਹਦਾ ਕੀਰਤਨ ਸੰਗਤ ਵਿੱਚ ਹੋ ਸਕਦਾ ਹੈ। ਇਹ ਪ੍ਰਮਾਣ ਹੈ। ਇਸ ਤੋਂ ਇਲਾਵਾ ਅਗਰ ਕਿਸੇ ਨੇ ਉਂਝ ਕੋਈ ਪੜ੍ਹਨਾ ਹੈ, ਉਹ ਕਵਿਤਾ ਹੋ ਸਕਦੀ ਹੈ, ਉਹ ਪੜ੍ਹ ਸਕਦਾ ਹੈ ਵੱਖਰੇ, ਪਰ ਕੀਰਤਨ ਦੇ ਵਿੱਚ ਕੋਈ ਹੋਰ ਉਹਦੇ ਵਿੱਚ ਸ਼ਾਮਿਲ ਕਰਨੀ, ਇਹ ਤਾਂ ਮਿਲਾਵਟ ਦੇ ਤੁੱਲ ਹੈਗਾ। ਕਿਸੇ ਚੀਜ਼ ਦੇ ਮਿਲਾਵਟ ਕਰਕੇ, ਯਾਨੀ ਜਿਹੜੀਆਂ ਧਾਰਨਾਵਾਂ ਲਾਣੀਆਂ ਉਹਦੇ 'ਚ ਵੀ ਹੈਗਾ ਕਿ ਸ਼ਬਦ ਦੀ ਹੀ ਧਾਰਨਾ ਲਾਈ ਜਾਏ। ਕੀਰਤਨ ਕਰਨ ਲਈ ਦੋ ਤਰੀਕੇ ਦਿੱਤੇ ਗਏ ਹੈ, ਜਾਂ ਤਾਂ ਕੀਰਤਨ ਰਾਗਾਂ ਦੇ ਵਿੱਚ ਹੋਏ ਜਾਂ ਜੋਟੀਆਂ ਵਿੱਚ ਵੀ ਸ਼ਬਦ ਪੜ੍ਹੇ ਜਾ ਸਕਦੇ ਹਨ। ਇਹ ਵੀ ਇਜਾਜ਼ਤ ਹੈ। ਜੋਟੀਆਂ ਵਿੱਚ ਸ਼ਬਦ ਪੜ੍ਹਨ ਦਾ ਮਤਲਬ ਇਹ ਹੈਗਾ ਕਿ ਦੋ ਜੁੱਟ ਬਣ ਜਾਂਦੇ ਆ, 2 ਗਰੁੱਪ ਬਣ ਜਾਂਦੇ ਆ। ਇੱਕ ਜਿਹੜਾ ਇੱਕ ਸ਼ਬਦ ਪੜ੍ਹਦਾ, ਦੂਜਾ ਗਰੁੱਪ ਜਿਹੜਾ ਦੂਜਾ ਪੜ੍ਹਦਾ। ਇਹ ਵੀ ਪ੍ਰਵਾਨ ਹੈ ਔਰ ਪ੍ਰਵਾਨਿਤ ਹੈ। ਉੱਥੇ ਜੋਟੀਆਂ ਦੇ ਉੱਤੇ ਸ਼ਬਦ ਪੜ੍ਹਨ ਦੀ ਮਨਾਹੀ ਨਹੀਂ ਹੈ। ਸੋ ਜਿਹੜੇ ਰਾਗੀ ਹੈ ਉਹਨਾਂ ਨੂੰ ਕੀਰਤਨ ਜਿਹੜਾ ਹੈਗਾ ਉਹ ਰਾਗ ਦੇ ਵਿੱਚ ਕਰਨਾ ਹੈ। ਇਹ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਤੁਸੀਂ ਅੱਜ ਗੱਲ ਕਰ ਰਹੇ ਹੋ, ਇੱਕ ਰਾਗ ਦੇ ਕੀਰਤਨ ਦੀ ਇੱਕ ਮਰਿਆਦਾ ਹੋਰ ਵੀ ਹੈ। ਮਾਘ ਤੋਂ ਸ਼ੁਰੂ ਹੋ ਕੇ ਅਗਲੇ ਮਹੀਨੇ ਤੱਕ ਜਦੋਂ ਬਸੰਤ ਰੁੱਤ ਸ਼ੁਰੂ ਹੁੰਦੀ ਹੈ, ਜਦੋਂ ਅਗਲਾ ਸ਼ੁਰੂ ਹੁੰਦਾ ਹੈ, ਉਹ ਬਸੰਤ ਦੀ ਆਮਦ ਦੇ ਸ਼ਬਦ ਜਿਹੜੇ ਹੈ ਉਹ ਹਰ ਰਾਗੀ ਸ਼ਬਦ ਦੀ ਆਰੰਭਤਾ ਬਸੰਤ ਦੇ ਰਾਗ ਨਾਲ ਸ਼ੁਰੂ ਕਰਦਾ ਹੈ। ਇਹ ਹਰਮੰਦਰ ਸਾਹਿਬ ਦੀ ਮਰਿਆਦਾ ਤੁਸੀਂ ਦੇਖੋਗੇ, ਜਿਹੜਾ ਵੀ ਰਾਗੀ ਆਏਗਾ ਉਹ ਅਜੇ ਬਸੰਤ ਰੁੱਤ ਆਈ ਨਹੀਂ, ਪਰ ਉਸ ਦੀ ਆਮਦ ਲਈ ਉੱਥੇ ਜਿਹੜਾ ਉਹ ਕੀਤਾ ਜਾਂਦਾ ਔਰ ਹਰਮੰਦਰ ਸਾਹਿਬ ਵਿੱਚ ਇਹ ਸ਼ਬਦ ਪੜ੍ਹੇ ਜਾਂਦੇ ਜੀ। ਗੁਰੂ ਸਾਹਿਬਾਨ ਨੇ, ਗੁਰੂ ਅਰਜਨ ਦੇਵ ਜੀ ਨੇ ਆਪਣੀ ਸੰਪਾਦਨ ਕਲਾ ਦਾ ਬੜਾ ਵੱਡਾ ਵਧੀਆ ਪ੍ਰਮਾਣ ਦਿੱਤਾ ਜੀ। ਬਾਣੀ 'ਚ ਕਿਸੇ ਪ੍ਰਕਾਰ ਦੀ ਮਿਲਾਵਟ ਨਹੀਂ ਹੋ ਸਕਦੀ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਬਾਣੀ ਦਾ ਟਾਈਟਲ ਕਿਹੜੇ ਰਾਗ 'ਚ ਹੈ, ਕਿਹੜੇ ਗੁਰੂ ਜਾਂ ਭਗਤ ਦੀ ਰਚਨਾ, ਉਹ ਸਾਨੂੰ ਪੜ੍ਹਨ ਨੂੰ ਮਿਲਦਾ। ਜਿਸ ਤਰ੍ਹਾਂ ਜੇ ਆਪਾਂ ਸੰਗਰਾਂਦ ਵਾਲੇ ਦਿਨ ਪਾਠੀ ਸਿੰਘ ਬੋਲਦਾ ਗੁਰੂ ਘਰ ਦੇ ਸਪੀਕਰ 'ਚ ਤਾਂ ਅਸੀਂ ਸੁਣਦੇ ਹਾਂ, ਪਾਠੀ ਸਿੰਘ ਕਹਿੰਦਾ ਕਿ ਰਾਗ ਮਾਝ ਮਹੱਲਾ ਪੰਜਵਾ। ਸੋ 12ਵਾਂ ਰਚਨਾ ਦਾ ਨਾਮ ਹੈ ਜੀ। 12ਵਾਂ ਉਹ ਜਿਹੜੀ 12 ਮਹੀਨਿਆਂ ਦੇਸੀ ਮਹੀਨਿਆਂ ਦੇ ਆਧਾਰਿਤ ਰਚਨਾ ਹੈ ਤੇ ਮਾਝ ਰਾਗ 'ਚ ਹੈ। ਮਹੱਲਾ ਪੰਜਵਾ ਤੋਂ ਭਾਵ 5ਵੇਂ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। 2 12ਵਾਂ ਗੁਰੂ ਗ੍ਰੰਥ ਸਾਹਿਬ 'ਚ ਮਿਲਦੇ ਨੇ। 12ਵਾਂ ਰਾਗ ਤੁਖਾਰੀ ਮਹੱਲਾ ਪਹਿਲਾ ਗੁਰੂ ਅਰਜਨ ਦੇਵ ਜੀ ਦੀ ਰਾਗ ਤੁਖਾਰੀ ਵਿੱਚ ਲਿਖੀ ਹੋਈ ਰਚਨਾ ਜੀ। ਤੇ ਕੀਰਤਨ ਕਰਨ ਵੇਲੇ ਆਪਣੇ ਕੋਲ ਪਰੰਪਰਾ ਬੜੀ ਕਮਾਲ ਦੀ ਰਹੀ ਆ ਜੀ। ਗੁਰੂ ਘਰ ਦੇ ਜਿਹੜੇ ਇਸ ਤਰ੍ਹਾਂ ਦੇ ਸਜਿੰਦੇ ਰਹੇ ਨੇ, ਤੰਤੀ ਸਾਜ਼ਾਂ ਤੇ ਕੀਰਤਨ ਹੁੰਦਾ ਰਿਹਾ, ਪਰ ਹੁਣ ਇਹ ਗਿਣਤੀ ਕਾਫੀ ਘਟਦੀ ਜਾਂਦੀ ਹੈ। ਨਵੀਂ ਕਿਸਮ ਦੇ ਜਿਹੜੇ ਸਾਜ਼ ਨੇ, ਸਾਜ਼ਾਂ ਦੀ ਵੀ ਕੋਈ ਬੰਦਿਸ਼ ਆ ਜੀ ਕਿ ਹਾਰਮੋਨੀਅਮ ਜਾਂ ਤਬਲੇ ਤੇ ਹੀ ਜਾਂ ਤੰਤੀ ਸਾਜ਼ਾਂ ਦੀ ਇਸ ਕੀਰਤਨ ਦੇ ਨਾਲ ਸਾਜ਼ਾਂ ਦਾ ਸੰਬੰਧ, ਇਹਦੇ ਬਾਰੇ ਕੀ ਆਪਾਂ ਦੱਸ ਸਕਦੇ ਹਾਂ ਜੀ? ਮੈਂ ਇਸ ਤੇ ਜ਼ਰੂਰ ਗੱਲ ਕਰਾਂਗਾ। ਇਸ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਜਿਸ ਤਰ੍ਹਾਂ ਸੰਗਰਾਂਦ ਦੀ ਜਦੋਂ ਹੈਗਾ,
ਸੰਗਰਾਂਦ ਕੀ ਚੀਜ਼ ਹੈ, ਇਹ ਬਹੁਤ ਅਹਿਮ ਹੈ ਜੀ। ਜਦੋਂ ਸੂਰਜ ਇੱਕ ਰਾਸ਼ੀ ਚੋਂ ਦੂਜੀ ਵਿੱਚ ਜਾਂਦਾ ਹੈ, ਇਸ ਨੂੰ ਸੰਗਰਾਂਦ ਕਿਹਾ ਜਾਂਦਾ ਹੈ, ਸੰਕ੍ਰਾਂਤੀ, ਜੋੜ। ਹੁਣ ਇਹ ਕੋਈ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਨਾਸਤਿਕ ਦਾ ਕੋਈ ਤਾਲੁਕ ਨਹੀਂ। ਇਹ ਐਸਟ੍ਰੋਨੋਮਿਕਲ ਯਾਨੀ ਨਕਸ਼ਤਰ ਤਾਰਿਆਂ ਦਾ ਹੈਗਾ। ਅਸਲ ਵਿੱਚ ਸੂਰਜ ਇੱਕ ਰਾਸ਼ੀ ਚੋਂ ਦੂਜੀ ਚ ਨਹੀਂ ਜਾਂਦਾ, ਬਲਕਿ ਜਿਹੜੀ ਲੌਂਗੀਟਿਊਡ ਐਂਡ ਲੈਟੀਟਿਊਡ ਜਿਵੇਂ ਬਣਾਏ ਗਏ ਹੈ, ਧਰਤੀ ਨੂੰ ਵੰਡਿਆ ਗਿਆ ਹੈ, ਇਸੇ ਤਰੀਕੇ ਨਾਲ ਅਸਮਾਨ ਨੂੰ ਵੀ 12 ਹਿੱਸਿਆਂ 'ਚ ਵੰਡਿਆ ਗਿਆ। ਇਹ ਸਾਇੰਸਦਾਨਾਂ ਨੇ ਵੰਡਿਆ, ਇਹ ਕੋਈ ਕਿਸੇ ਸਿੱਖਾਂ ਦਾ ਨਹੀਂ ਹੈਗਾ। ਉਹਦੇ ਵਿੱਚ ਜਦੋਂ ਧਰਤੀ ਮੂਵ ਕਰਦੀ ਹੈ ਔਰ ਉਹ ਇੱਕ ਰਾਸ਼ੀ 'ਚੋਂ ਉਹ ਦੂਜੇ ਵਿੱਚ ਜਾਂਦੀ ਹੈ, ਉਸ ਗ੍ਰਹਿ ਵਿੱਚ ਜਾਂਦੀ ਹੈ, ਤਾਂ ਉਸ ਨੂੰ ਕਿਹਾ ਜਾਂਦਾ ਹੈ ਸੰਗਰਾਂਦ ਹੈ। ਹੁਣ ਗੁਰਬਾਜ ਸਿੰਘ ਜੀ, ਇੱਕ ਗੱਲ ਬੜੀ ਸਮਝ ਲਓ ਜੀ, ਇਹ ਜਿਹੜਾ ਕੰਮ ਹੈ, ਇਹ ਜਿਹੜਾ ਜਾਣਾ ਹੈ, ਇਹ ਕੁਦਰਤ ਦਾ ਨਿਯਮ ਹੈ। ਇਹਨੂੰ ਕੋਈ ਬੰਦਾ ਨਹੀਂ ਬਦਲ ਸਕਦਾ, ਕੋਈ ਧਰਮ ਨਹੀਂ ਬਦਲ ਸਕਦਾ। ਇਸ ਕਰਕੇ ਗੁਰੂ ਸਾਹਿਬ ਨੇ ਜਿਹੜੇ 12 ਮਾਹ ਲਿਖੇ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਲਿਖੇ 12 ਮਾਹ। ਉਹ ਤਿੰਨ ਜਿਹੜੇ ਹੈ 12 ਮਾਹ ਸਾਡੇ ਹੈ, ਮਗਰ ਇਸ ਤੋਂ ਬਾਅਦ ਇਹਦੀ ਅਹਿਮੀਅਤ ਇਤਨੀ ਜ਼ਿਆਦਾ ਹੈ ਕਿ ਤਕਰੀਬਨ 150 ਦੇ ਕਰੀਬ ਪੰਜਾਬੀ 12 ਮਾਹ ਹੈ। ਬਿਲਕੁਲ, ਯਾਨੀ ਕਿ ਇਹ ਪੰਜਾਬ ਦਾ ਕਲਚਰ ਹੈ। ਇਹ ਨਹੀਂਗਾ ਕਿ ਕੋਈ ਉਹਦੇ ਮੁਸਲਮਾਨ ਵੀ ਲਿਖਣ ਵਾਲੇ, ਹਿੰਦੂ ਵੀ ਹੈਗੇ ਆ, ਦੂਜੇ ਵੀ ਹੈਗੇ ਆ, ਸੋ ਬਹੁਤ ਵੱਡੀ ਗਿਣਤੀ ਹੈ। ਹੁਣ ਬੜੀ ਸਿੰਪਲ ਮੈਂ ਜ਼ਰੂਰ ਕਹਿਣੀ ਚਾਹਾਂਗਾ, ਇਹ ਕੁਦਰਤ ਦਾ ਨਿਯਮ ਹੈ। ਸੰਗਰਾਂਦ ਦੀ ਡੇਟ, ਸੰਗਰਾਂਦ ਦੀ ਤਰੀਕ ਨਹੀਂ ਬਦਲੀ ਜਾ ਸਕਦੀ, ਉਹ ਕੁਦਰਤ ਵੱਲੋਂ ਮਿੱਥੀ ਹੋਈ ਹੈ। ਉਹਨੂੰ ਤੁਸੀਂ 1000 ਸਾਲ ਤੱਕ ਦਾ ਤੁਸੀਂ ਉਹ ਸੋਲਰ ਕੈਲੰਡਰ ਲੈ ਕੇ ਅੱਜ ਤੁਸੀਂ ਉਹ ਡੇਟਾਂ ਫਿਕਸ ਕਰ ਸਕਦੇ ਹੋ, ਦੇਖ ਸਕਦੇ ਹੋ ਕਿਹੜੀਆਂ ਹੈਗੀਆਂ। ਪਰ ਬੜੀ ਅਫਸੋਸ ਦੀ ਗੱਲ ਹੈ, ਬਹੁਤ ਅਫਸੋਸ ਦੀ ਗੱਲ ਹੈ, ਸਾਡੇ ਵਿੱਚੋਂ ਕੁਝ ਜ਼ਿਆਦਾ ਸਿਆਣੇ ਹੋ ਗਏ। ਜਿਵੇਂ ਕੋ ਕਵੇ ਜੀ ਮੈਂ ਗੁੱਡ ਫਰਾਈਡੇ ਦੀ ਡੇਟ ਫਿਕਸ ਕਰ ਦਾਂਗਾ। ਭਾਈ ਕਿੱਦਾਂ ਤੂੰ ਕਰ ਸਕਦਾ? ਗੁੱਡ ਫਰਾਈਡੇ ਦੀ ਡੇਟ ਕਿੱਦਾਂ ਫਿਕਸ ਕਰੇਗਾ? ਇਹ ਤਾਂ ਕੁਦਰਤ ਦਾ ਨਿਯਮ ਹੈ। ਸੋ ਜਦੋਂ ਫਿਕਸ ਨਹੀਂ ਹੋ ਸਕਦੀ, ਪਰ ਸਾਡੇ ਵਿੱਚ ਇੱਕ ਐਸੇ ਕੈਲੰਡਰਾਚਾਰੀਆ ਵੀ ਆ ਗਏ ਜਿਨ੍ਹਾਂ ਨੇ ਉਹ ਸੰਗਰਾਂਦ ਦੀਆਂ ਡੇਟ ਫਿਕਸ ਕਰ ਦਿੱਤੀਆਂ। ਉਹਦਾ ਨਤੀਜਾ ਕੀ ਨਿਕਲਦਾ ਹੈ? ਹਰਮੰਦਰ ਸਾਹਿਬ ਦੇ ਵਿੱਚੋਂ ਵਾਕ, ਸਾਰੀ ਦੁਨੀਆ 'ਚ ਵਾਕ, ਸਾਰੀਆਂ ਅਖਬਾਰਾਂ ਦੇ ਵਿੱਚ ਸੰਗਰਾਂਦ ਦੀ ਡੇਟ ਕੁਝ ਹੁੰਦੀ ਹੈ, ਉਹ ਜਿਹੜੇ ਉਹ ਆਪਣੀ ਡੇਟ ਲੈ ਕੇ ਉਹ ਸਾਰੀ ਕੌਮ ਨੂੰ ਹਾਸੋਹੀਣਾ ਉਹ ਕਰਨ ਦੀ ਕੋਸ਼ਿਸ਼ ਕਰਦੇ। ਆਪਾਂ ਇੱਥੇ ਹੁਣ ਬ੍ਰੇਕ ਲੈਣੀ ਪਏਗੀ ਜੀ। ਬ੍ਰੇਕ ਤੋਂ ਬਾਅਦ ਜਲਦੀ ਵਾਪਸ ਆਉਣੇ ਆ। ਇਹ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਪ੍ਰੋਗਰਾਮ ਖਾਸ ਮੁਲਾਕਾਤ ਤੁਸੀਂ ਦੇਖ ਰਹੇ ਹੋ। ਸਿੱਖ ਰਹਿਤ ਮਰਿਆਦਾ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਸਿੱਖੀ ਇੱਕ ਉੱਚੀ ਸੁੱਚੀ ਜੀਵਨ ਜਾਚ ਹੈ। ਸਿੱਖੀ ਨਾਲ ਬਹੁਤ ਸਾਰੇ ਅਜਿਹੇ ਮਸਲੇ ਜੁੜੇ ਹੋਏ ਨੇ ਜਿਨ੍ਹਾਂ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਕਈ ਵਾਰੀ ਭੁਲੇਖੇ 'ਚ, ਜਾਣੇ ਅਣਜਾਣੇ 'ਚ ਅਸੀਂ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜਿਨ੍ਹਾਂ ਦਾ ਫਿਰ ਖਮਿਆਜ਼ਾ ਬਾਅਦ ਵਿੱਚ ਸਾਨੂੰ ਭੁਗਤਣਾ ਪੈਂਦਾ, ਚਰਚਾ ਹੁੰਦੀ ਹੈ। ਇਸ ਸਭ ਕਾਸੇ ਤੋਂ ਬਚਣ ਦੇ ਲਈ ਇੱਕ ਅਜਿਹੀ ਜੀਵਨ ਜਾਚ ਜਿਹੜੀ ਸਾਨੂੰ ਸਾਡੇ ਗੁਰੂਆਂ ਨੇ ਸਿਖਾਈ ਹੈ, ਉਹਦੇ ਬਾਰੇ ਸਾਡੀ ਜਿਹੜੀ ਸਮਝ ਹੈ ਉਹ ਵਿਕਸਿਤ ਹੋਣੀ ਚਾਹੀਦੀ ਹੈ। ਇਸੇ ਮਕਸਦ ਨੂੰ ਲੈ ਕੇ ਅੱਜ ਦਾ ਇਹ ਪ੍ਰੋਗਰਾਮ ਅਸੀਂ ਕਰ ਰਹੇ ਹਾਂ। ਮੇਰੇ ਨਾਲ ਉੱਗੇ ਵਿਦਵਾਨ ਗੁਰਚਰਨਜੀਤ ਸਿੰਘ ਲਾਂਬਾ ਗੱਲਬਾਤ ਵਿੱਚ ਸ਼ਾਮਲ ਨੇ। ਲਾਂਬਾ ਸਾਹਿਬ, ਆਪਾਂ ਕੀਰਤਨ ਦੀ ਰਵਾਇਤ ਬਾਰੇ ਵੀ ਸਾਡੇ ਦੇਖਣ ਵਾਲਿਆਂ ਨੂੰ ਦੱਸ ਦਈਏ ਜੀ ਕਿ ਕੀਰਤਨ ਦੀ ਪਰੰਪਰਾ ਕਦੋਂ ਤੋਂ ਸ਼ੁਰੂ ਹੋਈ ਤੇ ਹੁਣ ਤੱਕ ਦਾ ਜਿਹੜਾ ਕੀਰਤਨ ਦਾ ਜਿਹੜਾ ਸਫ਼ਰ ਹੈ, ਕੀਰਤਨ ਦੀ ਜਿਹੜੀ ਆਪਾਂ ਗੁਰੂ ਘਰਾਂ 'ਚ ਸੁਣਦੇ ਹਾਂ, ਉਹਦੇ 'ਚ ਕਈ ਕਿਸਮ ਦੀਆਂ ਤਬਦੀਲੀਆਂ ਵੀ ਦੇਖਣ ਨੂੰ ਮਿਲਦੀਆਂ ਨੇ। ਇਹ ਕੀ ਸਿਫਤੀ ਤਬਦੀਲੀਆਂ ਕਹੀਆਂ ਜਾ ਸਕਦੀਆਂ ਨੇ? ਕੀ ਜਿਹੜੀਆਂ ਮਾਡਰਨ ਤਰਜ਼ਾਂ ਨੇ, ਮਾਡਰਨ ਧੁਨਾਂ ਨੇ, ਉਹਨਾਂ 'ਤੇ ਕੀਰਤਨ ਕੀਤਾ ਜਾ ਸਕਦਾ ਜੀ? ਤੁਸੀਂ ਜਿਹੜੀ ਪਹਿਲੀ ਗੱਲ ਕੀਤੀ, ਕੀਰਤਨ ਦੀ ਅਗੰਮੀ ਦਾਤ, ਇਹ ਇਲਾਹੀ ਦਾਤ ਹੈ ਜਿਹੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਰੰਭੀ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੜ੍ਹਿਆ ਸੋਧਣ ਧਰਤ ਲੁਕਾਈ। ਉਹ ਦੋਨੋਂ ਤੁਰੇ ਹਨ ਧਰਤ ਨੂੰ ਸੋਧਣ ਲਈ। ਸਾਰੀ ਧਰਤ ਨੂੰ ਉਹਦੇ ਤੇ ਉਸ ਦੀ ਸੁਧਾਈ ਕਰਨ ਲਈ ਜਾਂ ਸੋਧਣ ਲਈ ਬਾਬਾ ਤੁਰਿਆ। ਤੇ ਉਹਨਾਂ ਦਾ ਸਾਥੀ ਜਾਂ ਉਸ ਫੌਜ ਵਿੱਚ ਕੌਣ ਹੈ? ਉਹ ਭਾਈ ਮਰਦਾਨਾ ਜੀ ਹਨ। ਬੜਾ ਸੋਹਣਾ ਲਿਖਿਆ ਸੀ ਆਪਣੇ ਪੰਥਕ ਕਵੀ ਤੇਜਾ ਸਿੰਘ ਸਾਬਰ ਨੇ। ਕਹਿੰਦਾ ਸੁੱਕੀ ਜੀ ਲੱਕੜੀ ਨੂੰ ਇੱਕ ਦੋ ਨੇ ਤਾਰਾਂ, ਜਦੋਂ ਨਾਲ ਗਾਵੇ ਨਸ਼ਾ ਹੁੰਦਾ ਜਾਂਦਾ। ਬੜੇ ਮਿੱਠੇ ਮਿੱਠੇ, ਬੜੇ ਸੋਹਣੇ ਸੋਹਣੇ ਉਹ ਨਗਮੇ ਸੁਣਾਉਂਦਾ ਹੈ।
ਕਰਤਾਰ 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 ਕਹਿੰਦਾ ਤੇ ਸੱਚਮੁੱਚ ਹੀ ਕਰਤਾ ਉਹ ਦਿਸਦਾ ਦਸਾਂਦਾ ਹੈ। ਹਾਂ ਜੀ, ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ ਉਹ ਰਾਗੀ ਵੀ ਡਿੱਠਾ, ਕਿਉਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ ਰਬਾਬੀ ਵੀ ਡਿੱਠਾ। ਸੋ ਇਹ ਬਹੁਤ ਕਮਾਲ ਦੀ ਜਿਹੜੀ ਇੱਕ ਦਾਤ ਹੈ, ਇਲਾਹੀ ਦਾਤ ਹੈ, ਜਿਸ ਰਾਗ ਨੂੰ ਕੇਵਲ ਐਸ਼ੋ ਇਸ਼ਰਤ ਕਹਿ ਕੇ ਹਰਾਮ ਕਰਾਰ ਦੇ ਦਿੱਤਾ ਗਿਆ ਸੀ, ਉਸ ਰਾਗ ਨੂੰ ਲੈ ਕੇ ਉਹਦੇ ਵਿੱਚ ਸ਼ਬਦ ਪਾ ਕੇ ਉਹ ਗੁਰੂ ਸਾਹਿਬ ਨੇ ਮਾਨਵਤਾ ਨੂੰ ਰੱਬ ਨਾਲ ਜੋੜਿਆ। ਉਹ ਰੱਬ ਨਾਲ ਜੋੜਨ ਦਾ ਇੱਕ ਸਾਧਨ ਬਣ ਗਿਆ। ਔਰ ਉਹਦੇ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਲੋ ਭਲੋਰੇ ਕੀਰਤਨੀਆਂ ਕਹਿ ਕੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਇਸ ਦੀ ਆਰੰਭਤਾ ਕੀਤੀ, ਔਰ ਉਸ ਦੇ ਬਾਅਦ ਲਗਾਤਾਰ ਜਿਹੜਾ ਹੈਗਾ ਇਹ ਕੀਰਤਨ ਹੁੰਦਾ ਰਿਹਾ ਔਰ ਹੁੰਦਾ ਰਹੇਗਾ ਜਦ ਤੱਕ ਦੁਨੀਆ ਰਹੇਗੀ। ਬਹੁਤ ਸੋਹਣਾ ਜਿਹੜੇ ਹੈਗੇ ਇਹਦੇ ਸਾਰੇ ਹਵਾਲੇ ਹੈ। ਕੀਰਤਨ ਦੀ ਮਹੱਤਤਾ ਇਤਨੀ ਜ਼ਿਆਦਾ ਸੀ ਕਿ ਜਦੋਂ ਚਮਕੌਰ ਦੀ ਜੰਗ ਦੇ ਬਾਅਦ ਉਸ ਵੇਲੇ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਕੀਰਤਨ ਕਰਦੇ ਸਨ। ਉਹਨਾਂ ਨੇ ਵੀ ਆਸਾ ਦੀ ਵਾਰ ਦਾ ਕੀਰਤਨ ਕੀਤਾ। ਸੋ ਕੀਰਤਨ, ਹਾਂ, ਇੱਕ ਚੀਜ਼ ਜਿਹੜੀ ਇਹਦੀ ਪਰੰਪਰਾ ਜ਼ਰੂਰੀ ਹੈ ਉਹ ਹੈ ਇਹਨੂੰ ਫਿਲਮੀ ਧੁਨਾਂ ਔਰ ਤਰਜ਼ਾਂ ਦੇ ਉੱਤੇ ਨਹੀਂ ਗਾਇਆ ਜਾ ਸਕਦਾ। ਕੁਝ ਸਾਲ ਪਹਿਲਾਂ ਕੁਝ ਰਾਗੀ ਸਨ ਜਿਹੜੇ ਮਸ਼ਹੂਰ ਸਨ ਔਰ ਜਿਹੜੇ ਦਰਬਾਰ ਸਾਹਿਬ ਦੇ ਵੀ ਰਾਗੀ, ਪੰਥਕ ਰਾਗੀ ਸੀ, ਉਹਨਾਂ ਨੇ ਵੀ ਫਿਲਮੀ ਧੁਨਾਂ ਦੇ ਉੱਤੇ ਗਾਣਾ ਸ਼ੁਰੂ ਕੀਤਾ। ਤਾਂ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਦੇ ਵੇਲੇ ਉਹਨਾਂ ਸਾਰਿਆਂ ਨੂੰ ਤਾੜਨਾ ਕੀਤੀ ਗਈ। ਉਹ ਸਾਰੇ ਪੇਸ਼ ਹੋਏ, ਉਹਨਾਂ ਨੂੰ ਸਜ਼ਾ ਲੱਗੀ ਔਰ ਉਹਨਾਂ ਨੇ ਲਿਖਤੀ ਤੌਰ ਦੇ ਉੱਤੇ ਮਾਫੀ ਮੰਗੀ ਔਰ ਉਹ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਐਸਾ ਨਹੀਂ ਕਰਾਂਗੇ। ਰਹਿ ਗਈ ਗੱਲ ਜਿਹੜੇ ਸਾਜ਼, ਫਿਰ ਉੱਥੇ ਗੱਲ ਆਉਂਦੀ ਹੈ ਜਿਹੜੀ ਇੱਕ ਯੂਨੀਫਾਰਮਿਟੀ ਦੀ। ਹੁਣ ਜੇ ਕੱਲ ਨੂੰ ਕੋਈ ਕਵੇ ਆਰਕੈਸਟਰਾ ਦੇ ਨਾਲ ਕਰਨਾ ਹੈ ਜਾਂ ਹੋਰ ਕੋਈ ਮਿਊਜ਼ਿਕ ਸਿਸਟਮ ਨਾਲ ਕਰਨਾ ਹੈ, ਉਹ ਤੁਹਾਡੀ ਬਿਰਤੀ ਨੂੰ ਖੇੜੇਗਾ, ਉਹ ਤੁਹਾਡੀ ਜੋੜੇਗਾ ਨਹੀਂ। ਜਿਹੜੇ ਕੀਰਤਨ ਹੈ ਉਹਦਾ ਮਕਸਦ ਤੁਹਾਨੂੰ ਜੋੜ ਦੇਣਾ ਹੈ। ਜਿਹੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਹੈ ਉਹ ਛੰਦਾਂ ਦੇ ਵਿੱਚ ਹੈ, ਉਹ ਅੱਖਾਂ ਖੁਲਵਾ ਦਿੰਦਾ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹੀ ਜਾਂਦੀ ਹੈ ਉਹ ਤੁਹਾਡੀਆਂ ਅੱਖਾਂ ਬੰਦ ਕਰਾ ਕੇ ਉਹ ਸਿਰ ਸੁਰਤ ਨੂੰ ਕਿਧਰੇ ਟਿਕਾਣੇ ਤੇ ਲੈ ਜਾਂਦਾ। ਜੀ ਬਿਲਕੁਲ, ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਦਾ ਉਚਾਰਨ ਹੋ ਰਿਹਾ ਹੁੰਦਾ ਤਾਂ ਮਨ ਵਿਰਾਗ ਨਾਲ ਭਰ ਜਾਂਦਾ ਹੈ। ਉਹ ਬਾਣੀ ਦੀ ਰਚਨਾ ਅੰਦਰਲੀ ਉਹ ਸ਼ਕਤੀ ਹੈ ਜਿਹੜੀ ਤੁਹਾਨੂੰ, ਤੁਹਾਡੀ ਰੂਹ ਨੂੰ ਸ਼ਰਸ਼ਾਰ ਕਰ ਦਿੰਦੀ ਹੈ। ਕੀਰਤਨ ਨਾਲ ਜੁੜੇ ਰਹਿਣਾ ਚਾਹੀਦਾ ਹੈ। ਘਰ 'ਚ ਵੀ ਇਸ ਤਰ੍ਹਾਂ ਦਾ ਮਾਹੌਲ ਸਵੇਰੇ ਸ਼ਾਮ ਜ਼ਰੂਰ ਬਣਨਾ ਚਾਹੀਦਾ ਹੈ। ਇਹਦੇ ਨਾਲ ਸਾਡੇ ਬਹੁਤ ਸਾਰਿਆਂ ਦੇ ਸੰਸੇ, ਫਿਕਰ, ਜਿਹੜੇ ਤੌਖਲੇ ਜਾਂ ਡਿਪਰੈਸ਼ਨ, ਬੜਾ ਕੁਛ ਦੂਰ ਹੁੰਦਾ ਹੈ। ਮੈਡੀਟੇਸ਼ਨ ਹੁੰਦੀ ਹੈ। ਸੰਗੀਤ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਇਹ ਮਨੁੱਖਾਂ ਤੋਂ ਇਲਾਵਾ ਪਸ਼ੂਆਂ ਪੰਛੀਆਂ ਤੋਂ ਇਲਾਵਾ ਫੁੱਲਾਂ ਬੂਟਿਆਂ ਤੇ ਵੀ ਅਸਰ ਕਰਦਾ ਹੈ। ਇਹ ਸਿੱਧ ਹੋ ਚੁੱਕਾ ਹੈ। ਗੱਲ ਅਸੀਂ ਰਹਿਤ ਮਰਿਆਦਾ ਦੀ ਕਰ ਰਹੇ ਹਾਂ, ਰਹਿਤ ਮਰਿਆਦਾ ਤੇ ਹੀ ਫੋਕਸ ਰਹਾਂਗੇ। ਲਾਂਬਾ ਸਾਹਿਬ, ਇਹਦੇ ਨਾਲ ਨਾਲ ਆਪਾਂ ਜੇ ਇੱਕ ਸਿੱਖ ਦੀ ਰਹਿਣੀ ਬਹਿਣੀ ਦੀ ਗੱਲ ਕਰੀਏ ਜੀ, ਕਿਸ ਤਰ੍ਹਾਂ ਦੀ ਵਿੱਦਿਆ ਲੈਣ ਦੇ ਆਦੇਸ਼ ਹੋਏ ਨੇ ਸਿੱਖ ਰਹਿਤ ਮਰਿਆਦਾ ਮੁਤਾਬਕ? ਸਿੱਖ ਨੂੰ ਕਿਸ ਤਰ੍ਹਾਂ ਦੀ ਜਿਹੜੀ ਵਿੱਦਿਆ ਉਹ ਲੈਣੀ ਜ਼ਰੂਰੀ ਸਮਝੀ ਗਈ ਹੈ? ਦੇਖੋ, ਵਿੱਦਿਆ ਜਿਹੜੀ ਹੈ ਨਾ ਉਹ ਇੱਕ ਬੜੀ ਕਮਾਲ ਦੀ ਹੈ ਕਿ ਜਿੰਨੀਆਂ ਵਿਦਿਆਵਾਂ, ਜਿੰਨੀ ਵਿੱਦਿਆ ਜਿਹੜੀ ਵੱਖ-ਵੱਖ ਹੈਗੀਆਂ, ਉਹ ਮੈਂ ਅਗਰ ਗਲਤੀ ਨਾ ਕਰਾਂ 16 ਵਿੱਦਿਆ ਮੰਨੀ ਗਈ ਹੈ, ਜਿਨ੍ਹਾਂ 'ਚ ਹਰ ਕਿਸਮ ਦੀ ਵਿੱਦਿਆ, ਜਿਹਦੇ ਸ਼ਸਤਰ ਵਿੱਦਿਆ ਵੀ ਸ਼ਾਮਲ ਹੈ, ਸੰਗੀਤ ਵੀ ਹੈ, ਹੋਰ ਵੀ ਸਾਰੀਆਂ, ਖਗੋਲ ਹੈ, ਸਾਰੀਆਂ ਵਿੱਦਿਆ ਜਿਹੜੀਆਂ ਸ਼ਾਮਲ ਹੈ। ਉਹਦੇ ਵਿੱਚ ਲਿਖਿਆ ਸੀ ਕਿ ਬਾਬਾ ਬੁੱਢਾ ਜੀ ਨੇ, ਬੜੀ ਕਮਾਲ ਦੀ ਗੱਲ ਹੈ, ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਸਾਰੀਆਂ ਵਿਦਿਆਵਾਂ ਦੇ ਵਿੱਚ ਉਹਨਾਂ ਨੂੰ ਮਾਹਿਰ ਕੀਤਾ। ਉਹ ਸਾਰੀ ਵਿਦਿਆ ਹੁਣ ਆਮ ਤੌਰ ਦੇ ਉੱਤੇ ਕਹਿ ਲਿਆ ਜਾਂਦਾ ਹੈ ਕਿ ਜੀ ਬਾਬਾ ਬੁੱਢਾ ਜੀ ਤੇ ਉਹ ਤੇ ਖੁਦ ਨਹੀਂ ਪੜ੍ਹੇ ਸੀ। ਮੇਰਾ ਖਿਆਲ ਹੈ ਕਿ ਇਹ ਬੜੀ ਵੱਡੀ ਗੁਸਤਾਖੀ ਹੋਏਗੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ, ਬਾਲਕ ਹਰਗੋਬਿੰਦ ਦੀ ਪੜ੍ਹਾਈ ਦੀ ਜ਼ਿੰਮੇਵਾਰੀ, ਵਿਦਿਆ ਦੀ ਜ਼ਿੰਮੇਵਾਰੀ ਇਹ ਤੁਹਾਡੀ ਹੈ। ਬਾਬਾ ਜੀ ਨੇ ਕਿਹਾ ਕਿ ਮੈਂ ਤਾਂ ਖੁਦ ਨਹੀਂ ਪੜ੍ਹਿਆ, ਮੈਂ ਇਹਨਾਂ ਨੂੰ ਕਿੱਦਾਂ ਪੜ੍ਹਾਵਾਂਗਾ? ਤਾਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਾਬਾ ਜੀ ਤੁਸੀਂ ਬਾਲਕ ਹਰਗੋਬਿੰਦ ਨੂੰ ਉਹ ਪੜ੍ਹਾਈ ਕਰਾਓ ਜਿਹੜੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਕਰਾਈ ਸੀ। ਜੀ ਦੇਖੋ ਕਿਤਨੀ ਵੱਡੀ ਬਖਸ਼ਿਸ਼ ਉਹਨਾਂ ਦੇ ਉੱਤੇ ਕੀਤੀ। ਭਾਈ ਗੁਰਦਾਸ ਜੀ ਵਰਗੇ
ਵਿਦਵਾਨ ਮੌਜੂਦ ਸਨ, ਮਗਰ ਜਿਹੜੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਸੇਵਾ ਪਹਿਲੇ ਮੁਖੀ ਜਿਹੜੇ ਹੈ ਉਹ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਦਿੱਤੀ। ਔਰ ਤਾਬਿਆ ਬਾਬਾ ਬੁੱਢਾ ਜੀ ਬੈਠੇ, ਤਾਬਿਆ ਬਾਬਾ ਬੁੱਢਾ ਜੀ ਬੈਠੇ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਇੱਕ ਪਾਸੇ ਹੋ ਕੇ ਬੈਠੇ ਤਾਂ ਕਿ ਸੰਗਤ ਨੂੰ ਭੁਲੇਖਾ ਨਾ ਹੋ ਜਾਏ। ਮੱਥਾ ਉਹਨਾਂ ਨੇ ਜਿਹੜਾ ਆਦਿ ਗ੍ਰੰਥ ਸੀ, ਹਾਲਾਂਕਿ ਗੁਰੂ ਦਾ ਰਤਬਾ ਨਹੀਂ ਦਿੱਤਾ, ਪਰ ਉਹ ਬਾਣੀ ਗੁਰੂ ਹੈ ਬਾਣੀ ਉਸ ਵੇਲੇ ਉਚਾਰਿਆ ਜਾ ਚੁੱਕਾ ਸੀ ਤਾਂ ਕਿ ਉਹਦੇ ਤੇ ਫੋਕਸ ਹੋਏ ਔਰ ਉਸ ਨੂੰ ਕਰਨ ਲਈ ਉਹ ਬਾਬਾ ਬੁੱਢਾ ਜੀ। ਹੁਣ ਤੁਸੀਂ ਕਹੇ ਕਿ ਵਿਦਿਆ ਕਿਹੜੀ, ਸਾਰੀਆਂ ਵਿਦਿਆ ਲਵੇ, ਜਿਹੜੀ ਵੀ ਲੈ ਸਕਦਾ ਹੈ, ਕੋਈ ਉਹਦੇ ਰੁਕਾਵਟ ਨਹੀਂ, ਪਰ ਇੱਕ ਉਚੇਚੇ ਤੌਰ ਦੇ ਉੱਤੇ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੈ ਕਿ ਇੱਕ ਵਿਦਿਆ ਜਿਹੜੀ ਜ਼ਰੂਰ ਹਰ ਸਿੱਖ ਨੂੰ ਲੈਣੀ ਚਾਹੀਦੀ ਹੈ, ਬੱਚਿਆਂ ਨੂੰ ਦਵਾਏ, ਉਹ ਕਿਹੜੀ ਵਿਦਿਆ ਹੈ? ਗੁਰਮੁਖੀ ਦੀ ਵਿਦਿਆ ਜੀ। ਇਹਨੂੰ ਸਭ ਦੇਖੋ, ਬੜਾ ਮਹੱਤਵਪੂਰਨ ਲਫ਼ਜ਼ ਹੈ। ਪੰਜਾਬੀ ਨਹੀਂ ਲਿਖਿਆ ਉਹਨਾਂ ਨੇ, ਪੰਜਾਬੀ ਨਹੀਂ ਲਿਖਿਆ, ਗੁਰਮੁਖੀ ਦੀ ਵਿਦਿਆ ਇਹ ਵਿਦਿਆ ਹੈ। ਹੁਣ ਕਾਰਨ ਕੀ ਹੈ ਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੋਲ ਕੋਈ ਇੱਕ ਪੁਰਾਤਨ ਪੋਥੀ ਲੈ ਕੇ ਆਏ ਜੀ, ਇਹ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੈ, ਤੇ ਉਹਨਾਂ ਨੇ ਜਦੋਂ ਦੇਖੀ ਕਹਿੰਦੇ ਭਾਈ ਇਹ ਤਾਂ ਸੰਸਕ੍ਰਿਤ ਵਿੱਚ ਹੈ, ਇਹਨੂੰ ਗੁਰਮੁਖੀ ਦੇ ਵਿੱਚ ਲੈ ਕੇ ਆਓ। ਔਰ ਦੇਖੋ ਗੁਰੂ ਸਾਹਿਬ ਨੇ ਗੁਰੂ ਕਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਚੇਚੇ ਤੌਰ ਦੇ ਉੱਤੇ ਜਿਤਨਾ ਪੁਰਾਣਾ ਇਤਿਹਾਸ ਸੀ, ਜਿਤਨਾ ਪੁਰਾਣਾ ਸਾਹਿਤ ਸੀ, ਭਾਵੇਂ ਉਹ ਧਾਰਮਿਕ ਸੀ, ਦੂਜਿਆਂ ਦਾ ਸੀ, ਉਹ ਸਾਰੇ ਨੂੰ ਗੁਰਮੁਖੀ ਦੇ ਵਿੱਚ ਲਿਖਵਾਇਆ ਜੀ, ਗੁਰਮੁਖੀਕਰਨ ਕੀਤਾ। ਸਾਡਾ ਗੁਰਮੁਖੀ ਸਾਹਿਤ ਜਿਹੜਾ ਹੈ ਉਹ ਅਗਰ ਕਿਸੇ ਨੂੰ ਗੁਰਮੁਖੀ ਨਹੀਂ ਆਏਗੀ ਤਾਂ ਉਹ ਕੁਝ ਵੀ ਨਹੀਂ ਸਮਝ ਸਕੇਗਾ। ਦੂਜੀ ਗੱਲ, ਕੁਝ ਇੱਕ ਲਫ਼ਜ਼ ਹੁੰਦੇ ਹੈ ਜਿਨ੍ਹਾਂ ਦਾ ਉਚਾਰਨ ਉਹ ਦੂਜੀ ਕਿਸੇ ਜ਼ਬਾਨ 'ਚ ਨਹੀਂ ਕੀਤਾ ਜਾ ਸਕਦਾ। ਹੁਣ ਰੰਗਣ ਵਾਲਾ ਜੇ ਰੰਗੇ ਸਾਹਿਬ, ਹੁਣ ਇਹ ਨਾ ਅੰਗਰੇਜ਼ੀ ਵਿੱਚ, ਨਾ ਹਿੰਦੀ ਵਿੱਚ, ਨਾ ਕਿਸੇ ਹੋਰ ਦੇ ਲਿਪੀ ਵਿੱਚ ਇਹਨੂੰ ਲਿਖਿਆ ਹੀ ਨਹੀਂ ਜਾ ਸਕਦਾ। ਸੋ ਇਹ ਬਹੁਤ ਮਹੱਤਵਪੂਰਨ ਸੀ ਕਿ ਗੁਰੂ ਸਾਹਿਬ ਨੇ ਗੁਰਮੁਖੀ ਦੀ ਵਿਦਿਆ, ਅੱਖਰ ਵੀ ਕੀਤੇ ਉਹਦੇ ਤੇ, ਉਹਨਾਂ ਨੇ ਫਿਰ 35 ਅੱਖਰੀ ਵੀ ਲਿਖੀ ਉਹਨਾਂ ਨੇ। ਉਹ ਸਾਰੇ ਉਹਨਾਂ ਨੇ ਜਿਹੜੇ ਸੀਗੇ ਲਿਖਣ ਤੋਂ ਬਾਅਦ ਉਹਨਾਂ ਨੇ ਇਹ ਰਹਿਤ ਮਰਿਆਦਾ ਦੇ ਵਿੱਚ ਅੰਕਿਤ ਕਰਾਇਆ ਕਿ ਹਰ ਸਿੱਖ ਨੂੰ, ਜੇ ਉਸ ਨੂੰ ਗੁਰਮੁਖੀ ਨਹੀਂ ਆਏਗੀ, ਜੇ ਕਿਸੇ ਸਿੱਖ ਨੂੰ ਗੁਰਮੁਖੀ ਨਹੀਂ ਆਏਗੀ, ਥੋੜੀ ਟਾਈਮ ਦੀ ਗੱਲ ਹੈ, ਉਹਦਾ ਨਾਤਾ ਗੁਰੂ ਨਾਲੋਂ ਟੁੱਟ ਜਾਏਗਾ। ਬਿਲਕੁਲ ਜੀ, ਬਿਲਕੁਲ। ਕਿਸੇ ਉਹਦੀ ਸ਼ਬਦਾਵਲੀ ਨਹੀਂ ਸਮਝ ਆਏਗੀ, ਉਹਦੀ ਭਾਸ਼ਾ ਨਹੀਂ ਸਮਝ ਆਏਗੀ। ਹੁਣ ਦੋ ਬੰਦੇ ਬੈਠੇ ਐ, ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਦੀ, ਗੁਫ਼ਤਗੂ ਦੀ, ਗੁਫ਼ਤਗੂ ਸ਼ਨੀਦ ਦੀ ਗੱਲਬਾਤ ਦੀ ਭਾਸ਼ਾ ਇੱਕ ਨਹੀਂ ਹੋਏਗੀ। ਉਹ ਦੋਨੋਂ ਕੀ ਕਰਨਗੇ? ਚੁੱਪ ਕਰ ਜਾਣਗੇ। ਉਹ ਤੇ ਗੂੰਗੇ ਦੀ ਵਾਲੀ ਗੱਲ ਹੋ ਜਾਏਗੀ। ਸੋ ਇਹਦਾ ਮਤਲਬ ਉਹ ਗੱਲਬਾਤ ਅੱਗੇ ਨਹੀਂ ਤੁਰੇਗੀ। ਸੋ ਜੇ ਕਿਸੇ ਨੇ ਗੁਰੂ ਦੇ ਹੁਕਮ ਨੂੰ ਮੰਨਣਾ, ਜੇ ਗੁਰੂ ਦੇ ਹੁਕਮ ਨੂੰ ਸਮਝਣਾ, ਤਾਂ ਫਿਰ ਉਹਦੇ ਲਈ ਉਸ ਨੂੰ ਉਹ ਗੁਰਮੁਖੀ ਦੇ ਅੱਖਰਾਂ ਦਾ ਗਿਆਨ ਹੋਣਾ ਚਾਹੀਦਾ ਹੈ। ਔਰ ਜੇ ਉਸਦੇ ਕੋਲ ਗੁਰਮੁਖੀ ਅੱਖਰਾਂ ਦਾ ਗਿਆਨ ਹੋ ਗਿਆ, ਉਹ ਫਿਰ ਬਾਕੀ ਧਰਮਾਂ ਦਾ ਵੀ ਜਿਹੜਾ ਸਾਹਿਤ ਹੈਗਾ ਉਹ ਸਾਰਾ ਸਮਝ ਸਕਦਾ। ਬਿਲਕੁਲ ਜੀ, ਬਹੁਤ ਕਮਾਲ ਦੀ ਗੱਲ ਤੁਸੀਂ ਕਹੀ ਜੀ। ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਗੁਰਮੁਖੀ ਲਿਪੀ ਬਹੁਤ ਵਾਜਬ ਸਿੱਧ ਹੋਈ ਹੈ, ਭਾਵੇਂ ਕਿ ਹੋਰ ਯਤਨ ਵੀ ਹੋਇਆ, ਦੇਵਨਾਗਰੀ ਤੇ ਰੋਮਨ ਦੇ ਵਿੱਚ ਲਿਖੇ ਜਾਣ ਦੀਆਂ ਸਲਾਹਾਂ ਵੀ ਦਿੱਤੀਆਂ ਗਈਆਂ ਨੇ, ਜਿਹੜੀਆਂ ਬਿਲਕੁਲ ਗੈਰ ਵਿਗਿਆਨਕ ਸਿੱਧ ਹੋਈਆਂ, ਕਿਸੇ ਵੀ ਤਰ੍ਹਾਂ ਪੂਰੀਆਂ ਨਹੀਂ ਉਤਰਦੀਆਂ। ਕਿਉਂਕਿ ਲਿਪੀ ਜਿਹੜੀ ਕਿਸੇ ਖਾਸ ਭਾਸ਼ਾ ਨੂੰ ਲਿਖਣ ਦੇ ਲਈ ਮਖਸੂਸ ਕੀਤੀ ਗਈ ਹੋਵੇ, ਉਸੇ ਦੇ ਵਿੱਚ ਹੀ ਉਸ ਭਾਸ਼ਾ ਦਾ ਸੰਚਾਰ ਸਹੀ ਤਰੀਕੇ ਹੋ ਸਕਦਾ ਹੁੰਦਾ ਹੈ। ਗੁਰੂ ਸਾਹਿਬਾਨ ਨੇ ਗੁਰਮੁਖੀ ਲਿਪੀ ਨੂੰ ਸ਼ਿੰਗਾਰਿਆ ਹੈ। ਗੁਰੂ ਅੰਗਦ ਦੇਵ ਜੀ ਦਾ ਬੜਾ ਵੱਡਾ ਰੋਲ ਹੈ ਗੁਰਮੁਖੀ ਲਿਪੀ ਨੂੰ ਸ਼ਿੰਗਾਰਨ ਦੇ ਲਈ, ਅੱਖਰਾਂ ਦੀ ਬਣਤਰ ਨੂੰ ਗੁਲਾਈਆਂ ਦੇਣ ਦੇ ਲਈ। ਉਹਨਾਂ ਤੋਂ ਪਹਿਲਾਂ ਗੁਰਮੁਖੀ ਲਿਪੀ ਮੌਜੂਦ ਸੀ, ਕਿਉਂਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ 35 ਅੱਖਰੀ ਲਿਖੀ ਮਿਲਦੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ, ਜਿਹਦੇ 'ਚ ਗੁਰਮੁਖੀ ਅੱਖਰਾਂ ਦੇ ਹਵਾਲੇ ਮਿਲਦੇ ਨੇ। 35 ਅੱਖਰੀ, ਜਿਵੇਂ ਫਾਰਸੀ ਦੇ ਵਿੱਚ 80 ਹਰਫੀ ਇੱਕ ਲਿਖੀ ਹੁੰਦੀ ਹੈ ਫਾਰਸੀ ਦੇ ਅੱਖਰਾਂ ਨੂੰ ਉਹਨਾਂ ਦੇ ਹਿਸਾਬ ਦੇ ਨਾਲ, ਇਸੇ ਤਰ੍ਹਾਂ 35 ਅੱਖਰੀ ਜਾਂ ਪੱਟੀ ਬਾਣੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਗੁਰਮੁਖੀ ਦਾ ਗਿਆਨ ਹੋਣਾ ਬੜਾ ਲਾਜ਼ਮੀ ਹੈ ਜੀ। ਇੱਥੇ ਅਸੀਂ ਕਈ ਵਾਰੀ ਇਸ ਖੁਸ਼ਫਹਿਮੀ ਦਾ ਸ਼ਿਕਾਰ ਹੋਏ ਰਹਿੰਦੇ ਹਾਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ 'ਚ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਬੋਲਣੀ ਆਉਂਦੀ ਹੈ ਅਤੇ ਪੰਜਾਬੀ ਸੁਣ ਲੈਂਦੇ ਨੇ, ਸਮਝ ਲੈਂਦੇ ਨੇ। ਇੰਨਾ ਹੀ ਕਾਫੀ ਨਹੀਂ ਹੈ। ਜਦ ਤੱਕ ਉਹਨਾਂ ਦੀ ਗੁਰਮੁਖੀ ਅੱਖਰਾਂ ਨਾਲ ਸਾਂਝ ਨਹੀਂ ਪਏਗੀ, ਉਹ ਬਹੁਤ ਵੱਡੇ ਸਾਡੇ ਗੁਰਮੁਖੀ ਲਿਪੀ 'ਚ ਲਿਖੇ ਖਜ਼ਾਨੇ ਤੋਂ ਵਾਂਝੇ ਰਹਿਣਗੇ। ਉਹ ਬਾਣੀ ਪੜ੍ਹ ਨਹੀਂ ਸਕਣਗੇ, ਉਹ ਕੁਛ ਲਿਖ ਨਹੀਂ ਸਕਣਗੇ ਆਪਣੇ ਹੱਥ ਨਾਲ। ਕਲਮਦਵਾਤ ਦਾ ਭਾਵੇਂ ਜ਼ਮਾਨਾ ਚਲਾ ਗਿਆ, ਪੰਜਾਬੀ ਦੇ ਵਿੱਚ ਉਹ ਟਾਈਪ ਨਹੀਂ ਕਰ ਸਕਣਗੇ। ਔਰ ਗੁਰਮੁਖੀ ਲਿਪੀ ਬਾਰੇ ਮੈਂ ਆਪਣੇ ਗਿਆਨ ਦੇ ਵਿੱਚੋਂ ਇੰਨਾ ਕੁ ਦੱਸਣਾ ਚਾਹੁੰਦਾ ਜੀ ਕਿ ਇਹਨੂੰ ਲਿਖਣਾ ਬੜਾ ਆਸਾਨ ਹੈ। ਲਾਂਬਾ ਸਾਹਿਬ ਵਾਹਦ ਅਜਿਹੀ ਲਿਪੀ ਹੈ
ਜਿਸ ਦੇ ਤਕਰੀਬਨ ਸਾਰੇ ਹੀ ਅੱਖਰ ਕਲਮ ਨੂੰ ਬਿਨਾਂ ਚੁੱਕੇ ਤੋਂ ਲਿਖੇ ਜਾਏ ਜਾ ਸਕਦੇ ਨੇ। ਔਰ ਇਹ ਬੜੀ ਇਹਦੇ 'ਚ ਰਵਾਨਗੀ ਆ ਜੀ, ਕੋਈ ਵੀ ਅੱਖਰ ਫਾਲਤੂ ਨਹੀਂ ਹੈ, ਭਾਵੇਂ ਨਾਣੇ ਦੀ ਤੇ ੰਘ ਦੀ ਵਰਤੋਂ ਘੱਟ ਹੁੰਦੀ ਹੈ, ਪਰ ਇਹਨਾਂ ਨੂੰ ਬਿਲਕੁਲ ਇਹਦੇ 'ਚੋਂ ਕੱਢਿਆ ਨਹੀਂ ਜਾ ਸਕਦਾ। ਇਹਦੇ 'ਚ ਸੋਧਾਂ ਹੁੰਦੀਆਂ ਰਹੀਆਂ ਨੇ ਸਮੇਂ-ਸਮੇਂ 'ਤੇ। ਜਿਹੜੇ ਪੈਰ ਬਿੰਦੀ ਵਾਲੇ ਅੱਖਰ ਨੇ ਉਹ ਵੀ ਇੱਕ ਖਾਸ ਲੋੜ ਸੀਗੀ, ਇਸ ਤਰ੍ਹਾਂ ਦੀਆਂ ਸਾਡੇ ਕੋਲ ਧੁਨੀਆਂ ਆਈਆਂ, ਕਿਉਂਕਿ ਹਿੰਦੁਸਤਾਨ ਦੇ ਉੱਪਰ ਵੱਖ-ਵੱਖ ਹਕੂਮਤਾਂ ਰਹੀਆਂ ਨੇ। ਉਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਨੂੰ ਪ੍ਰਗਟਾਉਣ ਦੇ ਲਈ ਉਹਨਾਂ ਦੇ ਨਾਲ ਜਿਹੜੇ ਸੱਭਿਆਚਾਰ ਨਾਲ ਜੁੜ ਕੇ ਜਿਹੜੇ ਸਾਡੇ ਕੋਲ ਧੁਨੀਆਂ ਸ਼ਬਦ ਆਏ, ਉਹਨਾਂ ਨੂੰ ਸਹੀ ਰੂਪ 'ਚ ਵਿਅਕਤ ਕਰਨ ਲਈ ਫਿਰ ਬਾਅਦ ਦੇ ਵਿੱਚ ਜਿਹੜੀਆਂ ਪੈਰ ਬਿੰਦੀ ਵਾਲੀਆਂ ਧੁਨੀਆਂ ਜੋੜੀਆਂ ਗਈਆਂ ਸੀ। ਸੋ 35 ਅੱਖਰੀ ਦਾ ਗਿਆਨ ਹੋਣਾ, ਗੁਰਮੁਖੀ ਲਿਪੀ ਦਾ ਗਿਆਨ ਹੋਣਾ ਬਹੁਤ ਲਾਜ਼ਮੀ ਹੈ। ਔਰ ਦੇਖੋ ਇਹਦੇ 'ਚ ਕਿੰਨੀ ਖੂਬਸੂਰਤੀ ਹੈ ਜੀ ਕਿ ਹਰੇਕ ਲਫ਼ਜ਼ ਦੀ ਆਪਣੀ ਇੱਕ ਧੁਨੀ ਹੈ ਮਖਸੂਸ। ਦੂਜੀਆਂ ਲਿਪੀਆਂ ਵਾਂਗ ਇਹ ਨਹੀਂ ਕਿ ਇੱਕ ਇੱਕ ਸ਼ਬਦ ਵੱਖ-ਵੱਖ ਧੁਨੀਆਂ ਦਾ ਬੋਧ ਕਰਾਉਂਦਾ ਹੋਵੇ। ਜਿਵੇਂ ਇੰਗਲਿਸ਼ ਦੇ ਵਿੱਚ CH ਕਿਤੇ ਤਾਂ ਉਹ ਚੋਪੜਾ ਚੱਚਾ ਦੀ ਆਵਾਜ਼ ਦੇਗਾ, ਅਤੇ CHEMISTRY ਉਹਨੂੰ ਅਸੀਂ ਚਿਮਿਸਟਰੀ ਨਹੀਂ ਕਹਿੰਦੇ, ਉਹ ਕੈਮਿਸਟਰੀ ਦੀ ਆਵਾਜ਼ ਦੇਊਗਾ। ਅਤੇ ਕਈ ਵਾਰੀ ਸਥਿਤੀ ਹਾਸੋਹੀਣੀ ਬਣ ਜਾਂਦੀ ਹੈ, ਕੋਈ ਅੱਖਰ ਚੁੱਪ ਹੋ ਜਾਂਦਾ ਹੈ, ਕੋਈ ਅੱਗੇ ਪਿੱਛੇ ਲਾਉਂਦੇ ਹਾਂ ਤਾਂ ਉਹਦੇ ਨਿਜ਼ਮ ਮੁਤਾਬਕ ਉਹਦੀ ਜਿਹੜੀ ਆਵਾਜ਼ ਆ ਉਹ ਹੋਰ ਹੁੰਦੀ ਹੈ। ਸੋ ਇਹ ਆਪਾਂ ਵੱਖਰਾ ਵਿਸ਼ਾ ਕਿਸ ਦਿਨ ਫਿਰ ਇਹਦੇ ਬਾਰੇ, ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਦੇ ਆਪਸੀ ਗੂੜੇ ਰਿਸ਼ਤੇ ਬਾਰੇ। ਜੀ ਇਹਦੇ ਚ ਬਰਾੜ ਸਾਹਿਬ ਮੈਂ ਕਿਉਂਕਿ ਤੁਸੀਂ ਰਹਿਤ ਮਰਿਆਦਾ ਦੀ ਗੱਲ ਕੀਤੀ, ਇਹ ਗੁਰਮੁਖੀ ਲਿਪੀ ਬਹੁਤ ਮਹੱਤਵਪੂਰਨ ਹੈ, ਸਿੱਖੀ ਦਾ ਆਧਾਰ ਹੈ, ਸਿੱਖੀ ਦਾ ਧੁਰਾ ਹੈ। ਜੇ ਗੁਰਮੁਖੀ ਨਹੀਂ ਹੋਏਗੀ ਬਿਲਕੁਲ ਨਾਤਾ ਟੁੱਟ ਜਾਏਗਾ, ਵਕਤ ਦੀ ਗੱਲ ਹੈ। ਔਰ ਜਿਹੜਾ ਹਮਲਾ ਵੀ ਹੈ ਇਹ ਤੁਸੀਂ ਦੇਖੋ, ਤੁਸੀਂ ਜ਼ਿਕਰ ਕੀਤਾ ਹੈ ਕਿ ਵੱਖ-ਵੱਖ ਜਿਹੜੇ ਹਕੂਮਤਾਂ ਵੇਲੇ ਹਮਲੇ ਹੋਏ ਆ, ਗੁਰਮੁਖੀ ਲਿਪੀ ਦੇ ਉੱਤੇ ਸਭ ਤੋਂ ਵੱਡਾ ਹਮਲਾ ਜਿਹੜਾ ਹੈ ਉਹ ਦੇਸ਼ ਦੀ ਵੰਡ ਦੇ ਬਾਅਦ ਹੋਇਆ ਜੀ। ਔਰ ਉਹ ਤੁਸੀਂ ਹੈਰਾਨ ਹੋਵੋਗੇ ਕਿ ਇਹ ਓਪਨਲੀ ਕਿਹਾ ਗਿਆ ਕਿ ਅਸੀਂ ਪੰਜਾਬੀ ਭਾਸ਼ਾ ਨਹੀਂ ਮੰਨਦੇ, ਅਸੀਂ ਪੰਜਾਬੀ ਗਵਾਰਾਂ ਦੀ ਭਾਸ਼ਾ ਨਹੀਂ ਹੋਏਗਾ, ਜਿਹਦੇ ਕਰਕੇ ਮੰਗ ਉੱਠੀ ਕਿ ਪੰਜਾਬੀ ਦੀ ਭਾਸ਼ਾ ਦੇ ਆਧਾਰ ਤੇ ਸੂਬਾ ਬਣਾਇਆ ਜਾਏ। ਔਰ ਉਸ ਵੇਲੇ ਰਿਕਾਰਡ ਵਾਸਤੇ ਨਵੀਂ ਜਨਰੇਸ਼ਨ ਨੂੰ ਸਮਝਣਾ ਪਏਗਾ ਕਿ ਉਸ ਵੇਲੇ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ, ਔਰ ਉਹ ਕਮਿਸ਼ਨ ਜਿਹੜਾ ਸੀ ਜੈ ਚੰਦਰ ਵਿਦਿਆਲੰਕਰ ਸੀ ਔਰ ਭਾਈ ਜੋਤ ਸਿੰਘ ਜੀ ਸਨ ਜੀ। ਭਾਈ ਜੋਤ ਸਿੰਘ ਜਿਹੜੇ ਕਿ ਮਹਾਨ ਗੁਰਮਤ ਦੇ ਵਿਦਵਾਨ ਸਨ, ਬਹੁਤ ਵਿਦਵਾਨ ਸੀਗੇ ਜੀ, ਜਿਨ੍ਹਾਂ ਨੇ ਬੜੀ ਉਹਨਾਂ ਦੀ ਦੇਣ ਹੈ, ਬੜੇ ਗ੍ਰੰਥ ਹੈ, ਬੜੀਆਂ ਪੁਸਤਕਾਂ। ਮਗਰ ਹੈਰਾਨੀ ਹੁੰਦੀ ਹੈ ਭਾਈ ਜੋਤ ਸਿੰਘ ਜੀ ਨੇ ਇਹ ਲਿਖ ਕੇ ਦੇ ਦਿੱਤਾ ਕਿ ਗੁਰਮੁਖੀ ਜਿਹੜੀ ਪੰਜਾਬੀ ਹੈ ਇਹ ਦੇਵਨਾਗਰੀ ਵਿੱਚ ਲਿਖੀ ਜਾ ਸਕਦੀ ਹੈ ਜੀ। ਇਹਦੇ ਨਾਲ ਦੇਸ਼ ਦੀ ਏਕਤਾ ਵਧੇਗੀ। ਇਹ ਉਹਨਾਂ ਦਾ ਲਿਖਤੀ ਜਿਹੜਾ ਉਹਨਾਂ ਦਾ ਰਿਪੋਰਟ ਸੀਗੀ, ਉਹਦੇ ਤੇ ਫਿਰ ਬਲਰਾਜ ਸਾਹਨੀ ਨੇ ਆਪਣੀ ਰਿਪੋਰਟ ਦਿੱਤੀ। ਬਲਰਾਜ ਸਾਹਨੀ ਨੇ ਕਿਹਾ ਕਿ ਜੋ ਡਾਕਟਰ ਜੋਤ ਸਿੰਘ ਜੀ ਨੇ ਕਿਹਾ ਕਿ ਜੀ ਇਹਨੂੰ ਪੰਜਾਬੀ ਨੂੰ ਦੇਵਨਾਗਰੀ ਵਿੱਚ ਲਿਖ ਦਿਓ, ਅੱਛੀ ਗੱਲ ਹੈ। ਕਹਿੰਦਾ ਇਦਾਂ ਕਰੋ, ਇਹਦੇ ਨਾਲ ਦੇਸ਼ ਦੀ ਏਕਤਾ ਵਧੇਗੀ। ਤੁਸੀਂ ਹਿੰਦੀ ਉਰਦੂ ਚ ਲਿਖ ਦਿਓ, ਉਰਦੂ ਕੰਨੜ ਚ ਲਿਖ ਦਿਓ, ਕੰਨੜ ਮਲਿਆਲਮ ਚ ਲਿਖ ਦਿਓ, ਮਲਿਆਲਮ ਬੰਗਲਾ ਚ ਲਿਖ ਦਿਓ, ਬੰਗਲਾ ਜਿਹੜੀ ਹੈ ਕਿਸੇ ਹੋਰ ਭਾਸ਼ਾ ਚ ਲਿਖ ਦਿਓ, ਇਹ ਦੇਸ਼ ਦੀ ਏਕਤਾ ਹੋ ਜਾਏਗੀ ਜੀ। ਖੈਰ ਉਹਨਾਂ ਦੀ ਉਹ ਗੱਲ ਨਹੀਂ ਮੰਨੀ, ਪਰ ਫਿਰ ਵੀ ਸਰਕਾਰ ਨੇ ਕਰ ਦਿੱਤਾ। ਲਿਪੀ ਤਾਂ ਉਹਨਾਂ ਨੇ ਮੰਨ ਲਈ, ਗੁਰਮੁਖੀ ਜਿਹੜੀ ਹੈ ਪੰਜਾਬੀ ਗੁਰਮੁਖੀ ਲਿਪੀ ਵਿੱਚ, ਪਰ ਅਜੇ ਜਿਹੜੇ ਹਿੰਦਸੇ ਹੈ, ਡਿਜਿਟਸ ਹੈਗੇ ਆ, ਉਹ ਅਜੇ ਵੀ ਰੋਮਨ ਦੇ ਵਿੱਚ ਹੀ ਰੱਖੇ ਆ ਜੀ। ਇਹ ਅਜੇ ਅਧੂਰਾ ਹੈ। ਔਰ ਫਿਰ ਦੇਖੋ ਇਸੇ ਚੀਜ਼ ਨੂੰ ਅੱਗੇ ਦੁਹਰਾਉਂਦਿਆਂ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ ਤਾਂ ਜਲੰਧਰ ਦੇ ਜਿਹੜੇ ਪੰਜਾਬ ਦੇ DAV ਕਾਲਜਸ ਸਨ, ਦਯਾਨੰਦ ਆਰੀਆ ਸਮਾਜ ਦੇ ਜਿਹੜੇ ਕਾਲਜ ਹੈਗੇ ਆ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਸਾਡੀ ਭਾਸ਼ਾ ਜਿਹੜੀ ਹੈਗੀ ਹੈ ਉਹ ਵੈਦਿਕ ਹੈ, ਸਾਡੀ ਭਾਸ਼ਾ ਵੈਦਿਕ ਹੈ, ਔਰ ਸਾਡੀ ਲਿਪੀ, ਸਾਡੀ ਭਾਸ਼ਾ ਆਰੀਆ ਹੈ, ਔਰ ਸਾਡੀ ਲਿਪੀ ਨਾਗਰੀ ਹੈ। ਅਸੀਂ ਨਹੀਂ ਪੜਾਂਗੇ ਪੰਜਾਬੀ, ਅਸੀਂ ਨਹੀਂ ਗੁਰਮੁਖੀ ਪੜਾਂਗੇ, ਔਰ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਨਹੀਂ ਸ਼ਾਮਲ ਹੋਣਾ ਚਾਹੁੰਦੇ। ਇਹ ਉਹਨਾਂ ਦੀ ਇਸ ਤੋਂ ਜਿਹੜੀ ਉਹ ਨਫ਼ਰਤ ਜਿਹੜੀ ਹੈ ਉਹ ਗੁਰਮੁਖੀ ਲਈ। ਇਸ ਕਰਕੇ ਜੇ ਅਗਰ ਆਪਣੇ ਆਪ ਨੂੰ ਬਚਾਉਣ ਦੀ ਲੋੜ ਹੈ ਔਰ ਇਸ ਦੇ ਉੱਤੇ ਜਿੰਨਾ ਜ਼ੋਰ ਦੇ ਸਕੋ, ਔਰ 35 ਅੱਖਰ ਜਿਹੜੇ ਹੈਗੇ ਆ ਉਹ ਇੱਕ ਹਫ਼ਤੇ ਦੇ ਵਿੱਚ ਸਿੱਖੇ ਜਾ ਸਕਦੇ ਆ, ਕੋਈ ਔਖੇ ਨਹੀਂ ਗੇ, ਸਿਰਫ ਅਣਗਹਿਲੀ ਹੈ ਔਰ ਬਿਲਕੁਲ ਜੀ ਰਹਿਤ ਮਰਿਆਦਾ ਦੀ ਉਲੰਘਣਾ ਜੀ। ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ, ਸਭ ਸਾਂ ਸਾਂ ਕਰਦੇ ਰੁੱਖਾਂ ਦਾ, ਸਭ ਕਲ ਕਲ ਕਰਦੀਆਂ ਨਦੀਆਂ ਦਾ, ਆਪਣਾ ਹੀ ਤਰਾਨਾ ਹੁੰਦਾ ਹੈ। ਸੁਣਿਆ ਹੈ ਇੱਕ ਦੇਸ਼ ਅਜਿਹਾ ਵੀ
ਜਿੱਥੇ ਬੱਚੇ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ, ਉਹ ਦੇਸ਼ ਤੁਹਾਡੇ ਤੋਂ ਗੁੱਝਾ ਨਹੀਂ ਦੋਸਤੋ। ਅਸੀਂ ਇੱਥੇ ਬੈਠੇ ਇਹ ਗੱਲਬਾਤ ਕਰ ਰਹੇ ਹਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਇਹਨਾਂ ਮੁਲਕਾਂ 'ਚ ਅਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਗੁਰਮੁਖੀ ਦੇ ਲੜ ਲਾਇਆ। ਪੰਜਾਬੀ ਜ਼ਬਾਨ ਉਹ ਬੋਲਣੀ ਜਾਣਦੇ ਨੇ, ਸਮਝਣੀ ਜਾਣਦੇ ਨੇ, ਔਰ ਤੁਸੀਂ ਬਹੁਤ ਵੱਡਾ ਕਾਰਜ ਕਰ ਰਹੇ ਹੋ। ਉਹ ਮਾਪਿਆਂ ਨੂੰ ਮੈਂ ਖਾਸ ਕਰਕੇ ਵਧਾਈ ਦੇਣਾ ਚਾਹਾਂਗਾ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ। ਬੱਚੇ ਨੂੰ ਜਿੰਨੀਆਂ ਵੀ ਜ਼ਬਾਨਾਂ ਆਉਂਦੀਆਂ ਹੋਣ ਉਹਦੀ ਸ਼ਖਸੀਅਤ ਉਨੀ ਜ਼ਿਆਦਾ ਨਿਖਰਦੀ ਹੈ। ਔਰ ਭਾਸ਼ਾਵਾਂ ਦਾ ਦੋਸਤੋ ਆਪਸ ਦੇ ਵਿੱਚ ਕੋਈ ਵੈਰ ਵਿਰੋਧ ਨਹੀਂ। ਇਹਨਾਂ ਨੇ ਇੱਕ ਨਹੀਂ ਸੈਂਕੜੇ ਸ਼ਬਦ ਇੱਕ ਦੂਜੀ ਤੋਂ ਉਧਾਰੇ ਲਏ ਹੋਏ ਨੇ। ਇਹ ਆਉਣ ਜਾਣ ਬਣਿਆ ਰਹਿੰਦਾ ਹੈ, ਇੱਕ ਤੋਂ ਦੂਜੀ ਭਾਸ਼ਾ 'ਚ ਸ਼ਬਦ ਆਉਂਦੇ ਰਹਿੰਦੇ ਨੇ। ਪੰਜਾਬੀ ਭਾਸ਼ਾ ਦਾ ਹਾਜ਼ਮਾ ਬੜਾ ਬਲਵਾਨ ਹੈ। ਇਹਨੇ ਦੂਜੀਆਂ ਹੋਰਨਾਂ ਭਾਸ਼ਾਵਾਂ ਤੋਂ ਸ਼ਬਦ ਗ੍ਰਹਿਣ ਕਰਨ ਦੇ ਲਈ ਆਪਣਾ ਮੂੰਹ ਹਮੇਸ਼ਾ ਖੁੱਲ੍ਹਾ ਰੱਖਿਆ ਹੈ। ਤਤਸਮ ਤੇ ਤਦਭਵ ਦੋਹੇ ਰੂਪਾਂ ਦੇ ਵਿੱਚ ਭਾਵ ਇੱਕ ਤਾਂ ਸਿੱਧੇ ਜਿਸ ਤਰ੍ਹਾਂ ਬੋਲੇ ਜਾਂਦੇ ਨੇ ਕਿਸੇ ਭਾਸ਼ਾ 'ਚ, ਤੇ ਇੱਕ ਆਪਣੇ ਰੂਪ ਮੁਤਾਬਕ ਢਾਲ ਕੇ ਵੀ ਇਹਨੇ ਬਾਹਰਲੀਆਂ ਹੋਰਨਾਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਹਜ਼ਮ ਕਰਕੇ ਆਪਣਾ ਸ਼ਬਦ ਭੰਡਾਰ ਬਹੁਤ ਵਿਸ਼ਾਲ ਕੀਤਾ ਹੈ। ਫਿਰ ਕਿਸੇ ਦਿਨ ਆਪਾਂ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਬਾਰੇ ਵੀ ਗੱਲਬਾਤ ਕਰਾਂਗੇ। ਤੇ ਅਖੀਰ ਤੇ ਮੈਂ ਲਾਂਬਾ ਸਾਹਿਬ ਤੋਂ ਇਹ ਜਾਣਨਾ ਚਾਹਾਂਗਾ, ਲਾਂਬਾ ਸਾਹਿਬ ਜਿਸ ਪੁਸਤਕ ਦੇ ਹਵਾਲੇ ਨਾਲ ਆਪਾਂ ਅੱਜ ਸਾਰੀ ਗੱਲਬਾਤ ਕੀਤੀ ਹੈ ਉਹਦੇ ਬਾਰੇ ਦੱਸੋ ਜੀ। ਸਾਖੀ ਸਿੱਖ ਰਹਿਤ ਮਰਿਆਦਾ ਕੀ? ਮੈਨੂੰ ਪਤਾ ਲੱਗਿਆ ਕਿ ਪਹਿਲਾ ਐਡੀਸ਼ਨ ਛਪਿਆ ਸੀ, ਉਹ ਹੱਥੋਂ ਹੱਥ ਵਿਕ ਗਿਆ ਤੇ ਖਤਮ ਹੋ ਗਿਆ। ਦੂਜਾ ਐਡੀਸ਼ਨ ਕਦੋਂ ਆਏਗਾ ਤੇ ਕਿੱਥੋਂ ਇਹ ਕਿਤਾਬ ਹਾਸਲ ਹੋ ਸਕਦੀ ਹੈ ਜੀ? ਜੀ ਪਹਿਲੀ ਗੱਲ ਤਾਂ ਹੈ ਜੀ ਕਿ ਇਸ ਕਿਤਾਬ ਦੀ ਜਿਹੜੀ ਖਾਲੀ ਕਿਤਾਬ ਰੱਖ ਲੈਣ ਨਾਲ ਕੋਈ ਸਾਡਾ ਮਕਸਦ ਹੱਲ ਨਹੀਂ ਹੋਏਗਾ, ਬਲਕਿ ਇਹ ਤਾਂ ਇੱਕ ਇਸ ਤਰ੍ਹਾਂ ਦਾ ਮੈਨੂਅਲ ਹੈ ਜਿਵੇਂ ਉਹ ਕਹਿੰਦੇ ਜੀ ਕੋਈ ਬੰਦਾ ਚਲਾ ਗਿਆ ਸਟੇਸ਼ਨ ਮਾਸਟਰ ਕੋਲ, ਕਹਿੰਦਾ ਜੀ ਤੁਸੀਂ ਜੇ ਗੱਡੀਆਂ ਸਮੇਂ ਸਿਰ ਨਹੀਂ ਚਲਾਉਣੀਆਂ ਹੁੰਦੀਆਂ ਤੇ ਤੁਸੀਂ ਇਹ ਟਾਈਮ ਟੇਬਲ ਕਿਉਂ ਛਾਪਦੇ ਹੋ? ਉਹ ਸਟੇਸ਼ਨ ਮਾਸਟਰ ਕਹਿਣ ਲੱਗਾ ਜੇ ਅਸੀਂ ਟਾਈਮ ਟੇਬਲ ਨਹੀਂ ਛਾਪਾਂਗੇ ਤੇ ਤੁਹਾਨੂੰ ਪਤਾ ਕਿੱਦਾਂ ਲੱਗੇਗਾ ਗੱਡੀ ਲੇਟ ਹੈਗੀ ਹੈ। ਦਰਅਸਲ ਇਹ ਇੱਕ ਟਾਈਮ ਟੇਬਲ ਹੈ ਸਾਡਾ। ਇਸ ਨੂੰ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਅਸੀਂ ਉਸ ਧੁਰੇ ਤੇ ਕਿੰਨਾ ਨੇੜੇ ਆ ਤੇ ਕਿੰਨੇ ਦੂਰ ਹੈਗੇ ਆ। ਬਾਕੀ ਇਹ ਜਿਹੜੀ ਪੁਸਤਕ ਜਦੋਂ ਅਸੀਂ ਜਦੋਂ ਇਹ ਛਪੀ ਸੀ ਔਰ ਪੂਰੇ ਪੰਥ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਰੇ ਤਖਤਾਂ ਤੋਂ, ਸਾਰੀਆਂ ਸੰਪਰਦਾਵਾਂ ਤੋਂ, ਜਥੇਬੰਦੀਆਂ ਦਲ ਪੰਥ ਉਹਨਾਂ ਵੱਲੋਂ, ਹੋਰ ਵੀ ਮਹਾਂਪੁਰਖਾਂ ਵੱਲੋਂ, ਵਿਦਵਾਨਾਂ ਵੱਲੋਂ, ਔਰ ਇੱਕ ਕਿਸਮ ਦੀ ਇਹਦੇ ਵਿੱਚ ਗਲਤੀਆਂ ਜ਼ਰੂਰ ਹੈਗੀਆਂ ਹੋਈਆਂ, ਉਹ ਸਾਡੀਆਂ ਉਹ ਨਿੱਜੀ ਹੈਗੀਆਂ ਔਰ ਸਾਡੀ ਕੋਸ਼ਿਸ਼ ਹੈ ਕੁਝ ਸਪੈਲਿੰਗ ਦੀਆਂ ਵੀ ਹੈਗੀਆਂ ਸੀ ਤੇ ਉਹ ਗਲਤੀਆਂ ਵੀ ਹੋਈਆਂ। ਔਰ ਕਿਉਂਕਿ ਇਹ ਕਿਤਾਬ ਤਕਰੀਬਨ ਖਤਮ ਹੋ ਗਈ ਹੈ, ਸੋ ਇਸ ਕਰਕੇ ਇਸ ਨੂੰ ਬਹੁਤ ਛੇਤੀ ਅਸੀਂ ਉਮੀਦ ਹੈ ਕਿ 2 ਮਹੀਨੇ ਦੇ ਅੰਦਰ ਨਵੀਂ ਦੀ ਐਡੀਸ਼ਨ ਵੀ ਆ ਜਾਏਗੀ। ਉਹਦੇ ਸਾਰੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਵੀ ਦੂਰ ਕਰ ਦਿੱਤੀਆਂ ਜਾਣਗੀਆਂ ਜੀ। ਉਹਦੇ ਵਿੱਚ ਮੇਜਰ ਤਬਦੀਲੀ ਨਹੀਂ ਕਰਾਂਗੇ, ਉਹਦੇ ਵਿੱਚ ਕੋਈ ਨਹੀਂ, ਕਿਉਂਕਿ ਉਹ ਬਿਲਕੁਲ ਉਸੇ ਹਿਸਾਬ ਨਾਲ ਉਹਦੇ ਤੇ ਕਾਫੀ ਸਮੇਂ ਦੀ ਮਿਹਨਤ ਹੈ, ਉਹ ਠੀਕ ਹੈ। ਹਾਂ, ਜਿਹੜੀਆਂ ਸਪੈਲਿੰਗਸ ਦੀਆਂ ਹੈਗੀਆਂ ਤੇ ਉਹਦੇ ਲਈ ਸਾਡੀ ਕੋਸ਼ਿਸ਼ ਹੈਗੀ ਹੈ ਕਿ ਜਿਹੜੀਆਂ ਉਹਨੂੰ ਕਰਕੇ ਦਰੁਸਤ ਕਰਕੇ ਔਰ ਤਕਰੀਬਨ ਸਾਰੀ ਜਗ੍ਹਾ ਸਾਰੀਆਂ ਥਾਵਾਂ ਤੋਂ ਇਹਦੇ ਸੋਲ ਡਿਸਟ੍ਰੀਬਿਊਟਰ ਸਿੰਘ ਬ੍ਰਦਰਸ ਜਿਹੜੇ ਅੰਮ੍ਰਿਤਸਰ ਸਾਹਿਬ ਹੈਗੇ ਆ ਉਹਨਾਂ ਕੋਲ ਹੈ। ਬਾਕੀ ਤਕਰੀਬਨ ਹਰ ਦੇਸ਼ ਦੇ ਵਿੱਚ ਜਿਹੜੇ ਵੱਡੇ ਬੁੱਕ ਸੈਲਰ ਹੈ ਉਹ ਉੱਥੇ ਅਵੇਲੇਬਲ ਹੈ। ਮੈਂ ਕਿਤਾਬ ਫਿਰ ਇੱਕ ਵਾਰ ਦਿਖਾ ਦਿਆਂ, ਇਹ ਮੇਰੇ ਕੋਲ ਹੈਗੀ ਹੈ ਜਿਹੜੀ ਕਿ ਹਾਂਜੀ ਇਹ ਸਾਖੀ ਬਿਲਕੁਲ ਆਪਾਂ ਆਉਣ ਵਾਲੇ ਦਿਨਾਂ 'ਚ ਅਗਲੇ ਪ੍ਰੋਗਰਾਮ 'ਚ ਇਹਦੇ ਮਿਲਣ ਬਾਰੇ ਵੀ ਕਿਤੇ ਨਾ ਕਿਤੇ ਜ਼ਰੂਰ ਇੱਥੇ ਕੈਨੇਡਾ ਅਮਰੀਕਾ 'ਚ ਕਿੱਥੋਂ ਮਿਲ ਸਕਦੀ ਇਹਦਾ ਪ੍ਰਬੰਧ ਕਰਕੇ ਵੀ ਦੱਸਾਂਗੇ ਔਰ ਹਰ ਘਰ 'ਚ ਇਹ ਕਿਤਾਬ ਪਹੁੰਚਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਲਾਂਬਾ ਸਾਹਿਬ, ਤੁਸੀਂ ਸਮਾਂ ਕੱਢਿਆ ਜੀ। ਅਗਲੇ ਹਫ਼ਤੇ ਮੈਂ ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੱਸ ਦਿਆਂ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਾ ਉਦੇਸ਼, ਮਕਸਦ ਤੇ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੀ ਮਰਿਆਦਾ, ਤਨਖਾਹੀਆ ਕਿਹਨੂੰ ਕਿਹਾ ਜਾ ਸਕਦਾ, ਤਨਖਾਹ ਕਦੋਂ ਲਾਈ ਜਾਂਦੀ ਹੈ, ਤਨਖਾਹ ਦੇ ਕੀ ਨਿਯਮ ਨੇ, ਇਹ ਸਾਰਾ ਕੁਛ ਤੇ ਰਹਿਤਾਂ ਕੁਰੈਤਾਂ ਬਾਰੇ ਹੋਰ ਬੜਾ ਕੁਛ ਜਿਹੜਾ ਰਹਿਤ ਮਰਿਆਦਾ ਬਾਰੇ ਆਪਾਂ ਸੁਣਦੇ ਹਾਂ ਮੌਖਿਕ ਰੂਪ ਦੇ ਵਿੱਚ ਔਰ ਸਾਨੂੰ ਸਟੀਕ ਰੂਪ ਦੇ ਵਿੱਚ ਉਹਨੂੰ ਸਾਂਭਣ ਦੀ ਲੋੜ ਹੈ, ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਅਗਲੇ ਹਫ਼ਤੇ ਗੱਲ ਕਰਾਂਗੇ। ਅੱਜ ਲਈ ਇੰਨਾ ਹੀ ਕਾਫੀ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਬਹੁਤ ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਦੋਸਤੋ ਸਾਡਾ ਅੱਜ ਦਾ ਖਾਸ ਮੁਲਾਕਾਤ ਪ੍ਰੋਗਰਾਮ। ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ ਔਰ ਜੇ ਤੁਹਾਨੂੰ ਚੰਗਾ ਲੱਗਾ ਤਾਂ ਹੋਰਨਾਂ ਤੱਕ ਪਹੁੰਚਾਉਣ ਦੇ ਲਈ ਤੁਸੀਂ ਇਸ ਨੂੰ ਅੱਗੇ ਸਾਂਝਾ ਜ਼ਰੂਰ ਕਰਨਾ। ਇਸੇ ਚੈਨਲ ਤੇ ਇਸੇ ਟਾਈਮ ਤੇ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ ਸਭ ਨੂੰ।